ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਸਿੱਧੇ ਸਵਾਲ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਹਾਈ ਕੋਰਟ ਦੇ ਉੱਘੇ ਵਕੀਲ ਐਡਵੋਕੇਟ ਆਰ.ਐਸ. ਬੈਂਸ ਮੌਜੂਦ ਨੇ। ਅਸੀਂ ਗੱਲ ਕਰਾਂਗੇ ਉਸ ਜੱਜਮੈਂਟ ਦੇ ਉੱਤੇ ਜਿਸ ਦੀ ਉਡੀਕ ਹੋ ਰਹੀ ਸੀ ਕਿ ਕੋਟਕਪੂਰਾ ਗੋਲੀकांड ਨੂੰ ਲੈ ਕੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਸਿੱਟ ਤੋਂ ਬਾਹਰ ਕੀਤਾ ਗਿਆ, ਨਵੀਂ ਸਿੱਟ ਕੀਤਾ ਗਿਆ। ਇਸ ਜਿਹੜੀ ਜੱਜਮੈਂਟ ਆਈ ਹੈ, ਇਸ ਦੇ ਵਿੱਚ ਕੀ ਕੁਝ ਖਾਸ ਹੈ? ਇਹਦੇ ਪਹਿਲੂਆਂ ਤੇ ਗੱਲਬਾਤ ਕਰਾਂਗੇ, ਸਿਆਸਤ ਨੂੰ ਲੈ ਕੇ ਜਾਂ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਲੈ ਕੇ, ਤੇ ਇਹਦੇ ਨਾਲ ਜਿਹੜੇ ਬੇਅਦਬੀ ਕੇਸ ਜਾਂ ਕੋਟਕਪੂਰਾ ਗੋਲੀकांड ਦੇ ਜਿਹੜੇ ਕੇਸ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਇਨਸਾਫ ਅੱਗੇ ਜਾ ਕੇ ਮਿਲਣ ਦੀ ਉਮੀਦ ਹੈ ਵੀ ਜਾਂ ਨਹੀਂ, ਜਾਂ ਇਹਨਾਂ ਨੂੰ ਠੰਡੇ ਬਸਤੇ ਵਿੱਚ ਪਾਇਆ ਜਾਵੇ। ਬੈਂਸ ਸਾਹਿਬ, ਤੁਹਾਡਾ ਸਵਾਗਤ ਹੈ ਜੀ ਲੋਕਰਾਣ ਚੈਨਲ ਪੰਜਾਬੀ ਤੇ। ਸ਼ੁਕਰੀਆ ਜੀ। ਸ਼ੁਕਰੀਆ ਬੈਂਸ ਸਾਹਿਬ। ਬੈਂਸ ਸਾਹਿਬ, ਜਿਸ ਤਰ੍ਹਾਂ ਮੈਂ ਜੱਜਮੈਂਟ ਦੀ ਗੱਲ ਕੀਤੀ ਹੈ, ਹਾਈ ਕੋਰਟ ਨੇ ਕੀ ਕੁਝ ਕਿਹਾ ਇਸ ਆਪਣੀ ਜੱਜਮੈਂਟ ਦੇ ਵਿੱਚ? ਹਾਈ ਕੋਰਟ ਨੇ ਕਿਹਾ ਕਿ 7 ਐਫਆਈਆਰ ਹੋਏ ਸੀ। 6 ਐਫਆਈਆਰ ਤਾਂ ਹੋਏ ਸੀ 2015 ਦੇ ਵਿੱਚ ਜੀ। ਇੱਕ ਤਾਂ ਬੇਅਦਬੀ ਦੇ 3 ਐਫਆਈਆਰ ਸੀ ਜੀ। ਇੱਕ ਬੇਬਲ ਕਲਾਂ ਦਾ ਜਿਹੜੀ ਵਾਇਲੈਂਸ ਹੋਈ ਸੀ 2 ਐਫਆਈਆਰ ਉੱਥੇ ਦੇ ਸੀ, ਤੇ ਇੱਕ ਐਫਆਈਆਰ ਹੋਇਆ ਸੀ ਕੋਟਕਪੂਰਾ, ਤੇ ਦੂਸਰਾ ਐਫਆਈਆਰ ਕੋਟਕਪੂਰਾ ਦੀ ਫਾਇਰਿੰਗ ਤੇ ਹੋਇਆ ਸੀ 2018 ਦੇ ਵਿੱਚ ਜਦੋਂ ਨਵੀਂ ਸਰਕਾਰ ਆਈ। ਤੇ ਇਹ ਜਿਹੜਾ ਫੈਸਲਾ ਸਿਰਫ 2018 ਦਾ ਜਿਹੜਾ ਐਫਆਈਆਰ ਹੋਇਆ ਨਵੀਂ ਸਰਕਾਰ ਨੇ ਕੀਤਾ ਕੋਟਕਪੂਰਾ ਦੀ ਫਾਇਰਿੰਗ ਬਾਰੇ, ਸਿਰਫ ਉਹਦੇ ਬਾਰੇ ਜੱਜਮੈਂਟ ਹੈ, ਉਹੀ ਮੁੱਦਾ ਉਠਾਇਆ ਗਿਆ ਸੀ। ਤੇ ਬਾਕੀ ਸਾਰੇ ਐਫਆਈਆਰਾਂ ਦਾ ਇਸ ਜੱਜਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ, ਤੇ ਇਸ ਤਰ੍ਹਾਂ ਬਾਕੀ ਕੇਸਾਂ ਦੇ ਇਹਦਾ ਕੋਈ ਫਰਕ ਨਹੀਂ ਪਏਗਾ। ਜੀ ਬਿਲਕੁਲ, ਇਹ ਵੀ ਵੱਡੀ ਗੱਲ ਹੈ ਕਿਉਂਕਿ ਚਰਚਾ ਬੈਂਸ ਸਾਹਿਬ ਲਗਾਤਾਰ ਇਹੀ ਹੋ ਰਹੀ ਸੀ। ਪਰ ਇਸ ਜਿਹੜੀ ਜੱਜਮੈਂਟ ਹੈ, ਇਹ ਵਿੱਚ ਹੋਰ ਵੱਡੀ ਗੱਲ ਸੁਣਨ ਨੂੰ ਇਹ ਮਿਲ ਰਹੀ ਸੀ ਕਿ ਜਿਹੜੀ ਕੀਤੀ ਗਈ ਚਲਾਨ ਦੇ ਲਈ ਜੋ ਕੁਝ ਇਲਜ਼ਾਮ ਲਾਏ ਗਏ, ਭਾਵੇਂ ਅਕਸ਼ੇ ਕੁਮਾਰ ਤੇ ਹੋਣ ਜਾਂ ਮੁੱਖ ਮੰਤਰੀ ਮੌਜੂਦਾ ਉਸ ਵੇਲੇ ਦੇ ਤਤਕਾਲੀ ਜਿਹੜੇ ਸੀਗੇ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਉਹਨਾਂ ਨੂੰ ਲੈ ਕੇ ਵੀ ਕਹਿੰਦੇ ਬਹੁਤ ਕੁਝ ਇਸ ਜਿਹੜੀ ਜੱਜਮੈਂਟ ਉਹਦੇ ਵਿੱਚ ਸਾਹਮਣੇ ਆ ਰਿਹਾ। ਉਹ ਕੀ ਕੁਝ ਹੈ? ਦੇਖੋ, ਜੱਜਮੈਂਟ ਨੂੰ ਜੇ ਤੁਸੀਂ ਦੇਖਿਆ ਤਾਂ ਇਹਨਾਂ ਨੇ ਐਫਆਈਆਰ ਖਤਮ ਨਹੀਂ ਕੀਤਾ, ਇਹਨਾਂ ਨੇ ਕਿਹਾ ਕਿ ਕੇਸ ਚੱਲਦਾ ਰਹੇਗਾ। ਇਹਨਾਂ ਨੇ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਖਤਮ ਕੀਤੀ ਹੈ, ਕਿ ਜਿਹੜੇ ਇਹਨਾਂ ਨੇ ਚਲਾਨ ਪੇਸ਼ ਕੀਤਾ ਸੀ ਇਸ ਐਫਆਈਆਰ ਵਿੱਚ ਉਹ ਖਤਮ ਕੀਤਾ ਹੈ। ਨਵੀਂ ਐਸਆਈਟੀ ਬਣਾਤੀ ਹੈ, ਸਰਕਾਰ ਨੂੰ ਕਹਿਤਾ ਕਿ ਉਹ 6 ਮਹੀਨੇ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰੇਗੀ, ਚਲਾਨ ਪੇਸ਼ ਕਰੇਗੀ। ਮਗਰ ਇਸ ਕੰਕਲੂਜਨ ਤੇ ਪਹੁੰਚਣ ਲਈ ਕੁਝ ਟਿੱਪਣੀਆਂ ਕੀਤੀਆਂ, ਕੁਝ ਕਾਰਨ ਦੱਸੇ ਹੈ ਕੋਰਟ ਨੇ, ਜਿਹੜੇ ਜ਼ਰੂਰੀ ਨਹੀਂ ਸੀ, ਬਟ ਉਹਨਾਂ ਨੇ ਇਸ ਤਰੀਕੇ ਨਾਲ ਉਹਦੀ ਜਿਹੜੀ ਡਿਸਕਸ਼ਨ ਕੀਤੀ ਹੈ, ਉਸ ਤੋਂ ਲੱਗਦਾ ਕਿ ਬਾਦਲ ਸਾਹਿਬ ਨੂੰ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਹੈ, ਜਾਂ ਕੋਈ ਕੌਂਸਪੀਰੇਸੀ ਸੀ ਜਾਂ ਨਹੀਂ ਸੀ, ਜਿਹੜੀ ਕਿ ਪੋਲੀਟੀਕਲੀ ਉਹਦਾ ਵੱਡਾ ਮੁੱਦਾ ਬਣ ਜਾਂਦਾ ਹੈ। ਹਾਲਾਂਕਿ ਨਵੀਂ ਐਸਆਈਟੀ ਦੇ ਪਿੱਛੇ ਰੋਕ ਨਹੀਂ ਹੈ, ਬਟ ਇਹ ਕਾਰਨ ਜ਼ਰੂਰ ਹੈ ਕਿ ਜੇ ਜੱਜਮੈਂਟ ਹਾਈ ਕੋਰਟ ਦੀ ਕੋਈ ਇਦਾਂ ਦੀ ਸ਼ਬਦ ਕਹਿ ਦੇਵੇ ਜਾਂ ਇਦਾਂ ਦੀ ਫਾਈਨਿੰਗ ਦੇ ਦੇਵੇ, ਤਾਂ ਨਵੀਂ ਇਨਵੈਸਟੀਗੇਸ਼ਨ ਟੀਮ ਲਈ ਵੀ ਬੜੀ ਔਖਾ ਹੋ ਜਾਂਦਾ ਹੈ ਉਸ ਬੰਦੇ ਨੂੰ ਦੁਬਾਰਾ ਮੁਲਜ਼ਮ ਬਣਾਉਣ ਲਈ। ਇਸੇ ਕਰਕੇ ਸਰਕਾਰ ਨੂੰ ਚਾਹੀਦਾ ਕਿ ਕੇਸ ਘੱਟੋ ਘੱਟ ਉਸ ਫਾਈਨਿੰਗ ਨੂੰ ਤਾਂ ਜ਼ਰੂਰ ਚੈਲੰਜ ਕਰੇ ਜਿਹੜੀ ਕਿ ਇਨਵੈਸਟੀਗੇਸ਼ਨ ਦੀ ਫਾਈਨਿੰਗ ਸੀ, ਔਰ ਕੋਈ ਕਾਰਨ ਨਹੀਂ ਸੀ ਕਿ ਹਾਈ ਕੋਰਟ ਕੋਲ ਇਹ ਮੁੱਦਾ ਨਹੀਂ ਸੀ ਕਿ ਕੋਈ ਮੁਲਜ਼ਮ ਇਹ ਹੈ ਕਿ ਨਹੀਂ ਹੈ। ਹਾਈ ਕੋਰਟ ਕੋਲ ਤਾਂ ਸਿੱਧਾ ਇਹ ਮੁੱਦਾ ਸੀ ਕਿ ਜਿਹੜਾ ਦੂਜਾ ਐਫਆਈਆਰ ਹੈ ਉਹ ਨਹੀਂ ਹੋਣਾ ਚਾਹੀਦਾ ਸੀ, ਕਿਉਂਕਿ ਪਹਿਲਾ ਐਫਆਈਆਰ ਇਸ ਫਾਈਲ ਦਾ ਆਲਰੇਡੀ ਹੋ ਚੁੱਕਾ ਸੀ। ਇਹ ਕਾਨੂੰਨੀ ਮੁੱਦਾ ਸੀ। ਦੂਸਰਾ ਮੁੱਦਾ ਸੀ ਕਿ ਜਿਹੜੀ ਇਨਵੈਸਟੀਗੇਸ਼ਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤੀ ਹੈ ਉਹ ਇੰਪਾਰਸ਼ਲ ਆਫੀਸਰ ਨਹੀਂ ਸੀ, ਉਹ ਸਰਕਾਰ ਵੱਲ ਝੁਕਿਆ ਹੋਇਆ ਸੀ, ਉਹ ਕੁਝ ਮੁਲਜ਼ਮਾਂ ਨੂੰ ਖਾਸ ਤੌਰ ਤੇ ਉਹਨਾਂ ਦੇ ਖਿਲਾਫ ਸੀ। ਤੇ ਇਸ ਕਰਕੇ ਐਸਐਚਓ ਉਸ ਮੌਕੇ ਦਾ ਗੁਰਦੀਪ ਸਿੰਘ ਕਹਿ ਰਿਹਾ ਸੀ ਕਿ ਮੈਨੂੰ ਉਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਗਵਾਹ ਬਣਾਉਣ ਦੀ, ਜਦੋਂ ਮੈਂ ਨਹੀਂ ਬਣਿਆ ਇਸ ਕਰਕੇ ਮੈਨੂੰ ਮੁਲਜ਼ਮ ਬਣਾਤਾ। ਉਸ ਪੱਖਾਂ ਤੋਂ ਬਹਿਸ ਹੋਣੀ ਚਾਹੀਦੀ ਸੀ, ਉਸ ਪੱਖਾਂ ਤੋਂ ਹੀ ਫਾਈਨਿੰਗ ਆਉਣੀ ਚਾਹੀਦੀ ਸੀ, ਬਟ ਕੋਰਟ ਨੇ ਉਸ ਤੋਂ ਹਟ ਕੇ ਅੱਗੇ ਵੱਧ ਕੇ ਇਹ ਕਹਿਤਾ ਕਿ ਇਨਵੈਸਟੀਗੇਸ਼ਨ ਅਫਸਰ ਨੇ ਇੱਕ ਇਮੈਜਿਨਰੀ ਸਟੋਰੀ ਬਣਾ ਲਈ, ਇਸ ਕਰਕੇ ਗੱਲਾਂ ਦਾ ਕੋਈ ਤੁਕ ਨਹੀਂ ਹੈ, ਕਿਉਂਕਿ ਇਹ ਗੱਲਾਂ ਸਾਰੀਆਂ ਟ੍ਰਾਇਲ ਕੋਰਟ ਕੋਲ ਜਦੋਂ ਸਾਰੇ ਸਬੂਤ ਸਾਹਮਣੇ ਆਉਣੇ ਸੀ ਉਸ ਵੇਲੇ ਤਾਂ ਫਾਈਨਿੰਗ ਦਿੱਤੀ ਜਾ ਸਕਦੀ ਹੈ ਇਹ ਗੱਲਾਂ ਇਮੈਜਿਨਰੀ ਹੈ, ਇਹ ਜੁੜਦੀਆਂ ਨਹੀਂ। ਮਗਰ ਹਾਈ ਕੋਰਟ ਨੂੰ ਇਸ ਸਟੇਜ ਤੇ ਕਹਿਣਾ ਕਿ ਕਿਸੇ ਮੁਲਜ਼ਮ ਦਾ ਨਾਮ ਐਵੇਂ ਪਾਇਆ ਗਿਆ ਹੈ, ਕਿਸੇ ਮੁਲਜ਼ਮ ਦਾ ਨਾਮ ਕਿਉਂ ਪਾਇਆ ਗਿਆ, ਕਿਹੜਾ ਸਬੂਤ ਹੈ, ਨਹੀਂ ਸਬੂਤ ਹੈ, ਕਿਉਂਕਿ ਹਾਈ ਕੋਰਟ ਕੁਆਲਿਟੀ ਆਫ ਐਵੀਡੈਂਸ ਨਹੀਂ ਦੇਖਦੀ। ਉਹ ਇਹ ਨਹੀਂ ਕਹਿ ਸਕਦੇ ਕਿ ਐਵੀਡੈਂਸ, ਗੱਲ ਹੈ ਕਿ ਜੇ ਐਵੀਡੈਂਸ ਇਕੱਠਾ ਕੀਤਾ ਉਹਦੀ ਵੈਲਿਊ ਤਾਂ ਟ੍ਰਾਇਲ ਕੋਰਟ ਦੇਖੇਗਾ। ਤੁਸੀਂ ਤਾਂ ਸਿਰਫ ਇਹ ਕਾਨੂੰਨੀ ਪੱਖ ਤੇ ਫਾਈਨਿੰਗ ਦਿਓ ਕਿ ਤੁਸੀਂ ਐਫਆਈਆਰ ਦੂਜਾ ਹੋ ਸਕਦਾ ਕਿ ਨਹੀਂ ਹੋ ਸਕਦਾ। ਜਿਹੜੀ ਇਨਵੈਸਟੀਗੇਸ਼ਨ ਇਮਾਨਦਾਰੀ ਨਾਲ ਹੋਈ ਹੈ ਕਿ ਬੇਈਮਾਨੀ ਤਰੀਕੇ ਨਾਲ ਹੋਈ ਹੈ,
ਇਸ ਕਰਕੇ ਉਹਨੂੰ ਮੌਕਾ ਲੈ ਕੇ ਹਾਈ ਕੋਰਟ ਦੀ ਵੱਡੀ ਫਾਈਂਡਿੰਗ तो कानून ਦੇ ਮੁਤਾਬਿਕ ਠੀਕ ਨਹੀਂ ਹੈ, तो ਇਸ ਕਰਕੇ ਅਪੀਲ ਹੋਣੀ ਚਾਹੀਦੀ ਹੈ। ਵੈਸੇ ਸਾਹਿਬ ਜਦੋਂ ਹਾਈ ਕੋਰਟ ਕਹਿੰਦਾ ਹੈ ਕਿ ਇਹ ਇੱਕ ਕਾਲਪਨਿਕ ਜਿਹੜਾ ਸਾਰਾ ਕੁਝ ਘੜਿਆ ਗਿਆ, ਭਾਵੇਂ ਉਹ ਅਕਸ਼ੇ ਕੁਮਾਰ ਨੂੰ ਲੈ ਕੇ ਹੋਵੇ, ਭਾਵੇਂ ਜਿਵੇਂ ਕਹਿੰਦੇ ਕਿ ਬਾਦਲ ਸਾਹਿਬ ਦੀ ਜੇ ਗੱਲਬਾਤ ਹੋਈ ਹੈ ਡੀਜੀਪੀ ਨਾਲ, ਇਹਦਾ ਮਤਲਬ ਇਹ ਨਹੀਂ ਕਿ ਉਹ ਮੁਲਜ਼ਮ ਹੋ ਗਏ, ਤਾਂ ਫਿਰ ਇਹ ਸਭ ਜ਼ਿੰਮੇਵਾਰ ਕਿਵੇਂ ਠਹਿਰਾਇਆ ਜਾ ਸਕਦਾ? ਕੌਣ ਜ਼ਿੰਮੇਵਾਰ ਹੋਏਗਾ? ਇੱਕ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ, ਗ੍ਰਹਿ ਮੰਤਰੀ ਮੌਕੇ ਦਾ ਨਹੀਂ ਜ਼ਿੰਮੇਵਾਰ ਘਟਨਾਵਾਂ ਲਈ ਹੁੰਦਾ, ਤਾਂ ਫਿਰ ਜ਼ਿੰਮੇਵਾਰ ਕੌਣ ਹੁੰਦਾ? ਜੇ ਤਾਂ ਤੁਸੀਂ ਬਿਲਕੁਲ ਸਟ੍ਰਿਕਟਲੀ ਦੇਖੋ ਕਾਨੂੰਨ ਦੇ ਨਜ਼ਰ ਵਿੱਚ, ਤਾਂ ਜਿਹੜਾ ਮੌਕੇ ਦਾ ਸਬ ਡਿਵੀਜ਼ਨਲ ਆਫਿਸਰ ਹੈ ਉਹਦੇ ਕੋਲ ਅਥਾਰਟੀ ਹੁੰਦੀ ਹੈ ਆਰਡਰ ਕਰਨ ਦੀ, ਫਾਇਰਿੰਗ ਦੇ। ਉਹਦੇ ਕੋਲ ਅਥਾਰਟੀ ਹੁੰਦੀ ਹੈ ਲਾਠੀ ਚਾਰਜ ਕਰਨ ਦੀ, ਉਹਨੇ ਹੀ ਡਾਇਰੈਕਟ ਕਰਨਾ ਹੁੰਦਾ ਪੁਲਿਸ ਅਫਸਰ ਨੂੰ। ਬਟ ਜਿਹੜੀ ਜੇ ਤੁਸੀਂ ਅਸਲੀਅਤ ਦੇਖੀਏ ਤੇ ਇਹੋ ਜਿਹੇ ਮੌਕੇ ਤੇ ਐਸਡੀਐਮ ਤਾਂ ਕੋਈ ਬੁਕਤ ਨਹੀਂ ਹੈ। ਉਸ ਵੇਲੇ ਵੱਡੇ ਵੱਡੇ ਪੁਲਿਸ ਅਫਸਰ ਸੀ, ਆਈਜੀ ਡੀਜੀਪੀ ਟਾਈਪ, ਉਹ ਕੰਟੀਨਿਊਸਲੀ ਟੈਲੀਫੋਨ ਨਾਲ ਉਹਨਾਂ ਦਾ ਕੰਟੈਕਟ ਸੀ ਡੀਜੀਪੀ ਨਾਲ, ਡਿਪਟੀ ਚੀਫ ਮਿਨਿਸਟਰ, ਹੋਮ ਮਿਨਿਸਟਰ ਨਾਲ, ਤੇ ਉਹਨਾਂ ਦੀ ਕਾਲ ਡਿਟੇਲ ਇਸ ਵਿੱਚ ਸਾਬਤ ਕਰਦੀ ਹੈ। ਹੁਣ ਉਹ ਸਿੰਪਲ ਐਡਮਿਨਿਸਟ੍ਰੇਟਿਵ ਕੰਟਰੋਲ ਕਰ ਰਹੇ ਸੀ ਕਿ ਕੋਈ ਹਦਾਇਤਾਂ ਦੇ ਰਹੇ ਸੀ ਕਿ ਤੁਸੀਂ ਕੋਈ ਕ੍ਰਾਈਮ ਕਮਿਟ ਕਰੋ ਜਾਂ ਇਨਸਟੀਗੇਟ ਕਰ ਰਹੇ ਸੀ? ਇਹ ਸਾਰੀਆਂ ਗੱਲਾਂ ਦਾ ਅਲਟੀਮੇਟਲੀ ਜਦੋਂ ਸਾਰੇ ਸਬੂਤ ਦੇਖੇ ਜਾਂਦੇ ਉਦੋਂ ਪਤਾ ਚੱਲਦਾ। ਇਸ ਸਟੇਜ ਤੇ ਕਿਸੇ ਵੀ ਹਾਈ ਕੋਰਟ ਨੂੰ ਇਹ ਕਹਿਣਾ ਕਿ ਮਨਘੜੰਤ ਕਹਾਣੀ ਹੈ, ਕਿ ਇਹ ਇਮੈਜਨਰੀ ਕਹਾਣੀ ਹੈ, ਇਹ ਇਸੇ ਕਰਕੇ ਕੋਰਟ ਤੋਂ ਜਜਮੈਂਟ ਚੈਲੰਜ ਹੋਏਗੀ। ਜੀ, ਇੱਕ ਬੈਂਸ ਸਾਹਿਬ ਤੁਸੀਂ ਇਹਦੇ ਵਿੱਚ ਕਹਿ ਰਹੇ ਸੀ ਕਿ ਰੱਦ ਨਹੀਂ ਕੀਤੀ ਗਈ, ਉਹ ਕੇਸ ਉਦਾਂ ਹੀ ਜਿਹੜਾ ਚੱਲ ਸਕਦਾ ਹੈ, ਪਰ ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਕੇਸ ਕਮਜ਼ੋਰ ਹੋ ਗਿਆ? ਜਿੰਨੀ ਹੁਣ ਤੱਕ ਫਾਈਂਡਿੰਗ ਜਿਹੜੀ ਆਈਜੀ ਕੁਮਰ ਵਿਜੇ ਪ੍ਰਤਾਪ ਹੋਣਾ ਵਾਲੀ ਐਸਆਈਟੀ ਨੇ ਕੀਤੀ ਹੈ, ਕਿ ਉਹ ਗਵਾਹ ਮੁੜ ਕੇ ਇਸ ਦੇ ਕਾਬਿਲ ਹੋਣਗੇ ਕਿ ਉਹ ਗਵਾਹੀ ਦੇਣਗੇ? ਕਿਉਂਕਿ ਉਹਨਾਂ ਨੂੰ ਵੀ ਭਰੋਸਾ ਟੁੱਟ ਗਿਆ, ਉਹਨਾਂ ਨੂੰ ਵੀ ਹੁਣ ਇਨਸਾਫ ਦੀ ਆਸ ਨਹੀਂ ਲੱਗਦੀ। ਨਹੀਂ, ਕੋਰਟ ਨੇ ਕੋਈ ਗਵਾਹੀ ਤਾਂ ਨਹੀਂ ਤੋੜੀ, ਕਿਉਂਕਿ ਗਵਾਹੀਆਂ ਤਾਂ ਹਲੇ ਕੋਰਟ ਵਿੱਚ ਹੋਈਆਂ ਨਹੀਂ। ਜਿਹੜੀ ਇਨਵੈਸਟੀਗੇਸ਼ਨ ਹੈ, ਜਿਹੜਾ ਐਵੀਡੈਂਸ ਇਕੱਠਾ ਕੀਤਾ, ਉਹ ਐਵੀਡੈਂਸ ਤਾਂ ਫਿਰ ਵੀ ਰਹੇਗਾ ਹੀ। ਉਹ ਐਵੀਡੈਂਸ ਦੂਜੀ ਐਸਆਈਟੀ ਦੇਖੇਗੀ ਇੰਪਾਰਸ਼ਲੀ। ਜੇ ਉਹਨਾਂ ਨੂੰ ਲੱਗਾ ਕਿ ਉਹ ਠੀਕ ਐਵੀਡੈਂਸ ਹੈ ਤਾਂ ਉਦਾਂ ਐਵੀਡੈਂਸ ਇਕੱਠਾ ਕਰੇਗੀ ਦੁਬਾਰਾ ਤੋਂ। ਸੋ ਜਿਹੜੇ ਗਵਾਹ ਹੈ ਉਹ ਗਵਾਹ ਰਹਿਣਗੇ। ਉਹ ਗਵਾਹ ਹੁਣ ਤੀਜੀ ਐਸਆਈਟੀ ਨੂੰ ਦੱਸਣਗੇ ਕਿ ਉਹ ਸੱਚੇ ਹੈ ਝੂਠੇ ਹੈ। ਤੀਜੀ ਐਸਆਈਟੀ ਆਪਣੀ ਅਲੱਗ ਓਪੀਨੀਅਨ ਬਣਾਏਗੀ। तो इस करके तीजी एसआईटी ईमानदारी ਨਾਲ ਕੰਮ ਕਰੇਗੀ ਤਾਂ ਕੋਈ ਵੱਡੀ ਗੱਲ ਨਹੀਂ। 6 ਮਹੀਨੇ ਚ ਫਿਰ ਸਚਾਈ ਕੋਰਟ ਕੋਲ ਅੱਗੇ ਲਿਆ ਸਕਦੀ ਆਪਣੀ ਰਿਪੋਰਟ ਦੇ ਵਿੱਚ। ਮਗਰ ਸਰਟਨਲੀ 6 ਮਹੀਨੇ ਤਾਂ ਡਿਲੇ ਹੋ ਹੀ ਗਿਆ ਔਰ ਤੁਹਾਨੂੰ ਪਤਾ ਨਹੀਂ ਅਗਲੇ 6 ਮਹੀਨੇ ਸਰਕਾਰ ਬਦਲ ਜਾਏ ਤਾਂ ਕਦੀ ਦੁਬਾਰਾ ਤੀਜੀ ਐਸਆਈਟੀ ਦੀ ਰਿਪੋਰਟ ਆਵੇ ਨਾ ਕੋਰਟ ਕੋਲ। ਇੱਕ ਬੈਂਸ ਸਾਹਿਬ ਇਹ ਵੀ ਸਵਾਲ ਉੱਠ ਰਹੇ ਨੇ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਜਿਹੜਾ ਇਹਦੇ ਵਿੱਚ ਜਵਾਬਦੇਹ ਕੀਤਾ ਜਾਵੇ ਕਿ ਆਖਿਰਕਾਰ ਕਮਜ਼ੋਰੀ ਕਿੱਥੇ ਰਹਿ ਗਈ। ਜੇ ਕਿਹਾ ਜਾਂਦਾ ਹੈ ਕਿ ਉਹਨਾਂ ਕੱਲਿਆਂ ਦੇ ਸਾਈਨ ਦੇ ਨਾਲ ਹੀ ਜਿਹੜੀ ਰਿਪੋਰਟ ਨਹੀਂ ਮੰਨੀ ਜਾ ਸਕਦੀ, ਸਾਰੇ ਐਸਆਈਟੀ ਮੈਂਬਰ ਇਹਦੇ ਉੱਤੇ ਸਾਈਨ ਕਰਨ। ਹਾਲਾਂਕਿ ਚਲਾਨ ਦੇ ਵਿੱਚ ਤਾਂ ਸਾਈਨ ਹਮੇਸ਼ਾ ਇੱਕ ਦੇ ਹੁੰਦੇ ਆ, ਬਟ ਜਿਹੜੀ ਵੱਡੀ ਗੱਲ ਕੋਰਟ ਕੋਲ ਰੱਖੀ ਗਈ ਸੀ ਕਿ ਜਿਹੜੀ ਪੁਲਿਸ ਡਾਇਰੀ ਹੈ, ਜਿਹੜੀ ਡਾਇਰੀ ਆਫ ਇਨਵੈਸਟੀਗੇਸ਼ਨ ਹੈ, ਜਿਹੜੀ ਕਿ ਕੋਰਟ ਅੱਗੇ ਨਹੀਂ ਪੇਸ਼ ਹੁੰਦੀ ਟ੍ਰਾਇਲ ਕੋਰਟ ਵਿੱਚ, ਉਹ ਸਿਰਫ ਕੋਰਟ ਦੇਖ ਸਕਦੀ ਹੈ, ਦੇਖਣ ਲਈ ਕਿ ਇਮਾਨਦਾਰੀ ਨਾਲ ਇਨਵੈਸਟੀਗੇਸ਼ਨ ਹੋਇਆ, ਤਫਤੀਸ਼ ਠੀਕ ਹੋਈ ਹੈ ਜਾਂ ਗਲਤ ਹੋਈ ਹੈ। ਉਹਦੇ ਵਿੱਚ ਕੋਰਟ ਨੇ ਕਿਹਾ ਕਿ ਜੇ 5 ਮੈਂਬਰੀ ਕਮੇਟੀ ਸੀ, 2 ਤੋਂ ਇਲਾਵਾ ਕਿਸੇ ਦੇ ਸਾਈਨ ਹੀ ਨਹੀਂ, ਇੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ, ਇੱਕ ਹੋਰ ਆਫਿਸਰ ਦੇ। ਤਾਂ ਕੋਰਟ ਨੇ ਕਿਹਾ ਕਿ ਜਿਹੜੀ ਇਨਵੈਸਟੀਗੇਸ਼ਨ ਜਿਹੜੀ 5 ਮੈਂਬਰੀ ਹੋਵੇ, ਘੱਟੋ ਘੱਟ ਉਹਨਾਂ ਦਾ ਕੰਸੈਂਟ ਜਾਂ ਡਾਇਸੈਂਟ ਤਾਂ ਹੋਵੇ ਨਾ, ਘੱਟੋ ਘੱਟ ਉਹਨਾਂ ਨੂੰ ਰਿਪੋਰਟ ਦੇਖੀ ਤਾਂ ਹੋਵੇ। ਉਹ ਕੁਛ ਤਾਂ ਕਹਿਣ ਕਿ ਐਗਰੀ ਕਰਦੇ ਆ, ਡਿਸਐਗਰੀ ਕਰਦੇ ਆ। ਆਰਡੀਨਰੀ ਆਪਾਂ ਦੇਖਿਆ ਆਫਿਸ ਫਾਈਲਾਂ ਵਿੱਚ ਹਮੇਸ਼ਾ ਹੀ ਕਮੈਂਟਸ ਹੁੰਦੇ ਆ, ਐਗਰੀ, ਡਿਸਐਗਰੀ, ਅਪ ਟੂ ਦਾ ਚੀਫ ਮਿਨਿਸਟਰ ਤੱਕ ਕੁਛ ਤਾਂ ਕਮੈਂਟ ਹੁੰਦੇ ਨੇ। ਤੇ ਕਿਹੋ ਜਿਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿੱਥੇ ਇੱਕੋ ਅਫਸਰ ਸਭ ਕੁਝ ਕਰ ਰਿਹਾ ਹੈ। ਇਹ ਵੱਡਾ ਪੁਆਇੰਟ ਕੋਰਟ ਨੇ ਇਸ ਤੋਂ ਫਾਈਂਡਿੰਗ ਦੇਣ ਲਈ ਕਿਹਾ ਕਿ ਇਹਦਾ ਮਤਲਬ ਹੈ ਕਿ ਜਿਹੜਾ ਇਨਵੈਸਟੀਗੇਸ਼ਨ ਆਫਿਸਰ ਹੈਗਾ ਪਹਿਲਾਂ ਤਾਂ ਮੈਂਬਰ ਹੀ ਸੀ, ਪਰ ਉਹ ਐਕਟ ਕਰ ਰਿਹਾ ਸੀ ਚੀਫ ਮੰਗਰ। ਫਿਰ ਉਹਨੂੰ ਐਕਚੁਅਲੀ ਚੀਫ ਇਨਵੈਸਟੀਗੇਟਿੰਗ ਆਫਿਸਰ ਬਣਾਤਾ। ਤੇ ਇਹਨਾਂ ਗੱਲਾਂ ਤੋਂ ਉਹਨਾਂ ਨੇ ਕਿਹਾ, ਫਿਰ ਤੀਜੀ ਗੱਲ ਉਹਨਾਂ ਨੇ ਕਿਹਾ ਕਿ ਜਿਹੜਾ ਇਨਵੈਸਟੀਗੇਸ਼ਨ ਆਫਿਸਰ ਇਲੈਕਸ਼ਨ ਦੇ ਦੌਰਾਨ ਮਾਡਲ ਕੋਡ ਕੰਡਕਟ ਵਿੱਚ ਹੋਵੇ, ਉਦੋਂ ਇੱਕ ਤਰ੍ਹਾਂ ਦੀ ਪਬਲਿਕ ਇੰਟਰਵਿਊ ਦੇਵੇ ਔਰ ਉਹ ਜੇ ਇੱਕ ਪੋਲੀਟੀਕਲ ਲੀਡਰ ਨੂੰ ਮੁਜਰਮ ਘੋਸ਼ਿਤ ਕਰੇ। ਇਹ ਸਾਰੀਆਂ ਗੱਲਾਂ ਨਾਲ ਉਹਦੀ ਇੰਪਾਰਸ਼ੈਲਿਟੀ ਤੇ ਡਾਊਟ ਹੁੰਦਾ ਹੈ। ਇਸ ਕਰਕੇ ਉਹਨੂੰ ਹਟਾਇਆ ਜਾਂਦਾ ਹੈ ਮੈਂਬਰ ਆਫ ਆ ਇਨਵੈਸਟੀਗੇਟਿੰਗ ਟੀਮ। ਜੀ ਬੈਂਸ ਸਾਹਿਬ, ਇਹਦੇ ਨਾਲ ਫਿਰ ਇਸ ਦਾ ਮਤਲਬ ਇਹ ਮੰਨ ਲਿਆ ਜਾਵੇ ਕਿ ਐਸਆਈਟੀ ਦੇ ਮੈਂਬਰ ਵੀ ਜ਼ਿੰਮੇਵਾਰ ਨੇ ਇਸ ਕੇਸ ਨੂੰ ਕਮਜ਼ੋਰ ਕਰਨ ਦੇ ਲਈ। ਉਹਨਾਂ ਨੇ ਪਬਲਿਕਲੀ ਬੜੇ ਆਪਣੇ ਡਿਫਰੈਂਸਿਸ, ਇਹ ਜਜਮੈਂਟ ਕਹਿੰਦੀ ਹੈ ਕਿ ਪਬਲਿਕਲੀ ਜਿਹੜੇ ਦੂਜੇ ਮੈਂਬਰ ਸੀ ਐਸਆਈਟੀ ਦੇ, ਉਹਨਾਂ ਨੇ ਰੌਲਾ ਪਾਇਆ ਸੀ ਕਿ ਸਾਡੀ ਇਹ ਸੁਣਦਾ ਨਹੀਂ, ਕੁੰਵਰ ਵਿਜੇ ਪ੍ਰਤਾਪ ਆਪਣੀ ਮਰਜ਼ੀ ਕਰ ਰਿਹਾ, ਸਾਨੂੰ ਕੰਸਲਟ ਨਹੀਂ ਕਰ ਰਿਹਾ। ਸੋ ਜਿਹੜਾ ਹੁਣ ਇਹ ਪੰਜੋ ਜਾਣਦੇ ਨੇ ਕਿ ਕਿੰਨਾ ਇੱਕ ਦੂਜੇ ਨਾਲ ਕੋਆਪਰੇਟ ਕਰਦੇ ਸੀ।
ਕੀ ਇਹ ਲੜਾਈ ਤੁਸੀਂ ਜਾਣਬੁੱਝ ਕੀਤੀ ਹੈ, ਕੀ ਇਹ ਪਾਰਟ ਆਫ ਦਾ ਹਿੱਸਾ ਹੀ ਹੈ ਕਿ ਤੁਸੀਂ ਕੇਸ ਨੂੰ ਕਿਸੇ ਸਿਰੇ ਤੇ ਨਾ ਪਹੁੰਚਣ ਦਿਓ? ਕਿਉਂਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੀ ਬਣਾਈ ਐਸਆਈਟੀ ਹੋਵੇ, ਉਹ ਆਪਣੀ ਲੜਾਈ ਵਿੱਚ ਆਪ ਹੀ ਉਲਝ ਜਾਵੇ। ਕਿਉਂਕਿ ਸਰਕਾਰ ਨੂੰ ਤਾਂ 1 ਮਿੰਟ ਲੱਗਦਾ ਇੱਕੋ ਬੰਦੇ ਨੂੰ ਦਿਓ, ਉਹ 6 ਬੰਦਿਆਂ ਨੂੰ ਦੇ ਸਕਦੇ, 2 ਬੰਦਿਆਂ ਨੂੰ ਦੇ ਸਕਦੇ ਸੀ ਇਨਵੈਸਟੀਗੇਸ਼ਨ, 1 ਬੰਦੇ ਨੂੰ ਵੀ ਦੇ ਸਕਦੇ ਸੀ। ਉਹਨਾਂ ਨੇ ਪਹਿਲਾਂ ਤਾਂ 5 ਬੰਦੇ ਦੀ ਐਡੀ ਵੱਡੀ ਕਮੇਟੀ ਕਿਉਂ ਬਣਾਈ? ਫਿਰ ਉਹਨਾਂ ਵਿੱਚੋਂ 3 ਬੰਦੇ ਕਹਿ ਰਹੇ ਕਿ ਜੀ ਇਹ ਸਾਡੇ ਨਾਲ ਕੋਆਪਰੇਟ ਨਹੀਂ ਕਰਦੇ। ਸਾਰਾ ਤਰੀਕਾ ਲੱਗਦਾ ਨਹੀਂ, ਇਹ ਡਾਊਟ ਨਹੀਂ ਹੁੰਦਾ ਕਿ ਤੁਸੀਂ ਜਾਣ ਕੇ ਇਹ ਚੀਜ਼ਾਂ ਕਰ ਰਹੇ ਹੋ ਕਿ ਇੱਕ ਪਾਸੇ ਲੱਗੇ ਕਿ ਅਸੀਂ ਬਹੁਤ ਇਮਾਨਦਾਰੀ ਨਾਲ ਸਜ਼ਾ ਦਿਵਾਉਣਾ ਚਾਹੁੰਦੇ ਹਾਂ, ਦੂਜੇ ਪਾਸੇ ਜਿਹੜੀ ਤੁਸੀਂ ਕਮੇਟੀ ਬਣਾਉਂਦੇ ਹੋ ਉਹਨਾਂ 'ਚ ਇਹੋ ਜਿਹੇ ਬੰਦੇ ਪਾ ਦਿਓ ਕਿ ਉਹ ਇਕੱਠੇ ਕੰਮ ਹੀ ਨਹੀਂ ਕਰ ਸਕਦੇ, ਤੇ ਉਹਦੇ ਨਾਲ ਚੀਜ਼ਾਂ ਤਾਂ ਉਲਝਣੀਆਂ ਸੀ ਜਿੱਦਾਂ ਉਹਨਾਂ ਨੇ ਕੀਤਾ ਸ਼ੁਰੂ। ਇਸ ਕਰਕੇ ਚੀਜ਼ਾਂ ਉਲਝ ਵੀ ਗਈਆਂ, ਕੁਛ ਗਲਤੀਆਂ ਕਹਿ ਲਓ, ਕੁਛ ਲਕੂਨੇ ਕਹਿ ਲਓ, ਚਾਹੇ ਉਹ ਜਾਣਬੁੱਝ ਕੇ ਰੱਖੇ ਗਏ ਹੋਣ, ਚਾਹੇ ਉਹ ਆ ਗਏ ਹੋਣ, ਜਾਂ ਚਾਹੇ, ਮਗਰ ਉਹ ਸਭ ਨੇ ਫਾਇਦਾ ਤਾਂ ਦਿੱਤਾ ਹੈ ਨਾ ਮੁਜਰਮਾਂ ਨੂੰ। ਉਹ ਸਭ ਨੇ ਇੱਕ ਮੌਕਾ ਤਾਂ ਦਿੱਤਾ ਹਾਈ ਕੋਰਟ ਨੂੰ ਇੰਟਰਫੇਅਰ ਕਰਨ ਦਾ। ਉਹ ਸਾਰੀਆਂ ਗੱਲਾਂ ਜ਼ਿੰਮੇਵਾਰ ਤਾਂ ਹੈ ਹੀ ਨਾ ਕਿ ਹਾਈ ਕੋਰਟ ਦੇ ਕੋਲ, ਅਦਰਵਾਈਜ਼ ਹਾਈ ਕੋਰਟ ਕੋਲ ਕੋਈ ਕਾਰਨ ਨਹੀਂ ਸੀ ਇਸ ਵੇਲੇ ਇੰਟਰਫੇਅਰ ਕਰਦੇ। ਪਹਿਲਾਂ 2 ਰਿਟਾਂ ਡਿਸਮਿਸ ਹੋ ਚੁੱਕੀਆਂ, ਉਸ ਤੋਂ ਬਾਅਦ ਤੀਜੇ ਜੱਜ ਲਈ ਇਹੀ ਰਿਟ ਦੁਬਾਰਾ ਸੁਣਨੀ ਪਰ ਇੱਕੋ ਜਿਹੇ ਮਾਮਲੇ ਤੇ ਆਰਡੀਨਰੀ ਹਰ ਰੋਜ਼ ਹਾਈ ਕੋਰਟ 50 ਰਿਟਾਂ ਡਿਸਮਿਸ ਕਰਦਾ ਹੈ ਕਿ ਇਨਵੈਸਟੀਗੇਸ਼ਨ 'ਚ ਅਸੀਂ ਇੰਟਰਫੇਅਰ ਨਹੀਂ ਕਰਨਾ। ਉਸ ਦੇ ਬਾਵਜੂਦ ਤੁਸੀਂ ਇੰਟਰਫੇਅਰ ਕਰੋ ਉਸ ਮਾਮਲੇ ਜਿੱਥੇ ਕਿ ਚਲਾਨ ਪੇਸ਼ ਹੋ ਚੁੱਕੇ ਹੋਣ, ਜਿੱਥੇ ਸਾਰਾ ਪੰਜਾਬ ਹੀ ਚਾਹੁੰਦਾ ਕਿ ਜਲਦੀ ਤੋਂ ਜਲਦੀ ਫੈਸਲਾ ਆਵੇ, ਜਿੱਥੇ 2 ਕਮਿਸ਼ਨ ਆਫ ਇਨਕੁਆਇਰੀ ਹਾਈ ਕੋਰਟ ਦੇ ਰਿਟਾਇਰਡ ਜੱਜਾਂ ਨੇ ਹੈਡ ਕੀਤਾ ਹੋਵੇ, ਤਾਂ ਸਾਰਾ ਐਵੀਡੈਂਸ ਇਕੱਠਾ ਕੀਤਾ ਹੋਵੇ, ਤਾਂ ਸਰਕਾਰ ਨੂੰ ਰਿਪੋਰਟਾਂ ਦਿੱਤੀਆਂ ਹੋਣ, ਉਸ ਤੋਂ ਬਾਅਦ ਫਿਰ ਇਨਵੈਸਟੀਗੇਸ਼ਨ ਹੋਇਆ ਹੋਵੇ, ਉਸ ਤੋਂ ਬਾਅਦ ਫਿਰ ਰਿਪੋਰਟਾਂ ਪੇਸ਼ ਹੋਈਆਂ ਹੋਣ, ਉਸ ਤੋਂ ਬਾਅਦ ਵੀ ਜੇ ਹਾਈ ਕੋਰਟ ਇੰਟਰਫੇਅਰ ਕਰੇ ਤਾਂ ਇਹ ਸਟ੍ਰਿਕਟਲੀ ਕਾਨੂੰਨ ਦੇ ਮੁਤਾਬਿਕ ਨਹੀਂ ਹੈ। ਉਸ ਹਿਸਾਬ ਨਾਲ ਜਜਮੈਂਟ ਦੇ ਮੇਜਰ ਡਿਫੈਕਟ ਹੈ, ਤੇ ਉਸ ਹਿਸਾਬ ਨਾਲ ਜਜਮੈਂਟ ਨੂੰ ਚੈਲੰਜ ਜ਼ਰੂਰ ਕਰਨਾ ਚਾਹੀਦਾ ਹੈ ਸੁਪਰੀਮ ਕੋਰਟ ਵਿੱਚ। ਬਿਲਕੁਲ ਬਿਲਕੁਲ। ਅੱਛਾ, ਜੇ ਬੈਂਸ ਸਾਹਿਬ ਇਸ ਜਜਮੈਂਟ ਨੂੰ ਚੈਲੰਜ ਕਰ ਦਿੱਤਾ ਜਾਂਦਾ ਹੈ, ਕੀ ਕੋਈ ਉਮੀਦ ਹੈਗੀ ਹੈ ਕਿ ਵਾਪਸੀ ਹੋ ਸਕਦੀ ਹੈ ਆਈਜੀ ਕੁੰਵਰ ਵਿਜੇ ਪ੍ਰਤਾਪ ਹੋਣਾ ਦੀ? ਦੇਖੋ, ਇਹ ਕੋਈ ਬੜਾ ਫਰਕ ਨਹੀਂ ਲੱਗਦਾ ਕਿ ਕੌਣ ਆਫਿਸਰ ਕਰ ਰਿਹਾ ਇਨਵੈਸਟੀਗੇਟ, ਸੋ ਲੌਂਗ ਗਵਾਹ ਖੜੇ ਹੈ, ਗਵਾਹ ਆਇਡੈਂਟੀਫਾਈ ਕਰ ਲਿੱਤੇ ਗਏ ਹੈ। ਕਮਿਸ਼ਨ ਆਫ ਇਨਕੁਆਇਰੀ, ਰਣਜੀਤ ਸਿੰਘ ਕਮਿਸ਼ਨ ਆਫ ਇਨਕੁਆਇਰੀ ਨੇ ਤਕਰੀਬਨ ਸਾਰਾ ਐਵੀਡੈਂਸ ਇਕੱਠਾ ਕਰ ਲਿਆ ਸੀ, ਜਿਹਦੇ ਬੇਸ ਤੇ ਇਨਵੈਸਟੀਗੇਸ਼ਨ ਰਿਪੋਰਟ ਬਣਾਉਣੀ ਸੀ ਸਿਰਫ। ਤਾਂ ਇਸ ਕਰਕੇ ਜਿਹੜਾ ਮਰਜ਼ੀ ਇਨਵੈਸਟੀਗੇਸ਼ਨ ਆਫਿਸਰ ਹੋਵੇ, ਜੇ ਉਹ ਇਮਾਨਦਾਰੀ ਨਾਲ ਸੱਚ ਜਾਣਨਾ ਚਾਹੁੰਦਾ ਹੋਵੇ, ਜੇ ਉਹ ਮੁਜਰਮਾਂ ਦੇ ਇਨਫਲੂਐਂਸ ਵਿੱਚ ਨਾ ਹੋਵੇ, ਤਾਂ ਕੋਈ ਵੱਡੀ ਗੱਲ ਨਹੀਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣ ਜਾਂ ਨਾ ਹੋਣ, ਚਲਾਨ ਪੇਸ਼ ਹੋ ਕੇ ਸਜ਼ਾ ਤਾਂ ਮਿਲ ਸਕਦੀ ਹੈ। ਬਟ ਪ੍ਰੋਵਾਈਡਡ ਤੁਹਾਨੂੰ ਇਹੋ ਜਿਹਾ ਅਫਸਰ ਤਾਂ ਲੱਭੋ, ਪ੍ਰੋਵਾਈਡਡ ਸਰਕਾਰ ਇਮਾਨਦਾਰੀ ਨਾਲ ਇਹੋ ਜਿਹਾ ਅਫਸਰ ਚਾਹੁੰਦੀ ਤਾਂ ਹੋਵੇ, ਸਰਕਾਰ ਸਜ਼ਾ ਦੇਣਾ ਤਾਂ ਚਾਹੁੰਦੀ ਹੋਵੇ। ਇਹ ਇਮਾਨਦਾਰੀ ਦੀ ਲੋੜ ਹੈ। ਉੱਪਰੋਂ ਇਮਾਨਦਾਰੀ ਹੋਏਗੀ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ। ਜੇ ਉੱਪਰੋਂ ਇਮਾਨਦਾਰੀ ਨਹੀਂ ਹੈ, ਫਿਰ ਤੁਸੀਂ ਇੱਕ ਦੂਜੇ ਵਿੱਚ ਉਲਝੀ ਜਾਓ, ਇੱਕ ਅਫਸਰ ਨੂੰ ਕਹੀ ਜਾਓ, ਦੂਜੇ ਅਫਸਰ ਨੂੰ ਮਾੜਾ ਚੰਗਾ ਕਹੀ ਜਾਓ, ਕੋਈ ਉਹਦੇ ਨਾਲ ਫਿਰ ਕੋਈ ਨਤੀਜਾ ਨਹੀਂ ਨਿਕਲਦਾ। ਬੈਂਸ ਸਾਹਿਬ, ਇਹ ਜਲਦਬਾਜ਼ੀ ਨਹੀਂ ਕਿ ਇੰਨੀ ਕਾਹਲੀ ਦੇ ਨਾਲ ਅਸਤੀਫਾ ਦੇ ਦਿੱਤਾ ਗਿਆ, ਤੇ ਹਾਲੇ ਤੱਕ ਤਾਂ ਜੱਜਮੈਂਟ ਹੋਣਾ ਹੀ ਹੈ, ਉਸ ਤੋਂ ਪਹਿਲਾਂ ਹੀ ਅਸਤੀਫੇ ਵਗੈਰੇ ਦੇ ਕੇ ਤੁਸੀਂ ਆਪਣਾ ਪਾਸਾ ਜਿਹੜਾ ਉਹ ਕਹਿ ਲੈਂਦੇ ਹੋ ਕਿ ਅਸੀਂ ਆਪਣੀ ਥਾਂ ਤੇ ਸਹੀ ਇਨਕੁਆਇਰੀ ਕੀਤੀ ਸੀ? ਬਹਿਸ ਦੌਰਾਨ ਇਹ ਕਾਫੀ ਸਪਸ਼ਟ ਹੋ ਗਿਆ ਸੀ ਕਿ ਜਿਹੜਾ ਚੀਜ਼ਾਂ ਤੇ ਉਹ ਹਾਈਲਾਈਟ ਕੀਤੀਆਂ ਗਈਆਂ ਸੀ ਉਹਦਾ ਕੋਈ ਜਵਾਬ ਤਾਂ ਹੈ ਨਹੀਂ ਸੀ, ਕਿਉਂਕਿ ਰਿਕਾਰਡ ਦੀਆਂ ਚੀਜ਼ਾਂ ਸੀ। ਹੁਣ ਤੁਹਾਡੀ ਇੰਟਰਵਿਊ ਮਾਡਲ ਕੋਰਟ ਦੇ ਕੰਡਕਟ ਦੇ ਥਰੂ ਇੱਕ ਪਾਰਟਿਕੂਲਰ ਪੋਲੀਟੀਕਲ ਪਾਰਟੀ ਦੇ ਹੱਕ ਵਿੱਚ ਤੁਹਾਨੂੰ ਇਲੈਕਸ਼ਨ ਕਮਿਸ਼ਨ ਦਾ ਨੋਟਿਸ ਦੇਣਾ, ਫਿਰ ਇਲੈਕਸ਼ਨ ਕਮਿਸ਼ਨ ਦੇ ਆਰਡਰਸ ਕਿ ਤੁਹਾਨੂੰ ਇਹਨੂੰ ਕੋਈ ਡਿਊਟੀ ਨਾ ਦਿੱਤਾ ਜਾਵੇ, ਇਹ ਸਾਰੀਆਂ ਗੱਲਾਂ ਤਾਂ ਉਹਦਾ ਰਿਕਾਰਡ ਸੀ। ਇਹਦੇ ਵਿੱਚ ਤਾਂ ਕੋਈ ਕਹਿਣ ਦੀ ਗੱਲ ਨਹੀਂ ਸੀ। ਸਾਰੀ ਬਹਿਸ ਵੀ ਉਹਨਾਂ ਦੇ ਕੰਡਕਟ ਤੇ ਹੋਈ ਸੀ ਕਿ ਉਹਨਾਂ ਨੇ ਦੂਜਾ ਐਫਆਈਆਰ ਕਿਨ ਸਰਕਮਸਟੈਂਸਿਸ ਕੀਤਾ। ਫਿਰ ਉਹਨਾਂ ਦੇ ਤਕਰੀਬਨ ਇਨਵੈਸਟੀਗੇਸ਼ਨ ਦੇ ਰਿਕਾਰਡ ਦੇ ਉੱਤੇ ਜ਼ਿਆਦਾ ਬਹਿਸ ਹੋਈ ਸੀ, ਤੇ ਇਸ ਕਰਕੇ ਜਦੋਂ ਉਹਨਾਂ ਨੇ ਸ਼ਾਰਟ ਆਰਡਰ ਲਿਖਾਈ ਦਿੱਤਾ ਤਾਂ ਸਪਸ਼ਟ ਸੀ ਕਿ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਉਣਾ ਹੀ ਸੀ। ਤੇ ਇਸ ਕਰਕੇ ਉਹਨਾਂ ਨੂੰ ਪਤਾ ਸੀ ਜਜਮੈਂਟ ਆ ਰਹੀ ਉਹਨਾਂ ਦੇ ਖਿਲਾਫ। ਹੁਣ ਕਿਵੇਂ ਆਏਗੀ, ਕੀ ਫਾਈਂਡ ਦਿੱਤੇ ਜਾਣਗੇ, ਕੀ ਸ਼ਬਦ ਇਸਤੇਮਾਲ ਕੀਤੇ ਜਾਣਗੇ, ਇਹੀ ਰਹਿ ਗਿਆ ਸੀ। ਤਾਂ ਉਹਨਾਂ ਨੇ ਇੱਕ ਤਰ੍ਹਾਂ ਉਸ ਨੂੰ ਜਜਮੈਂਟ ਆਉਣ ਤੋਂ ਪਹਿਲਾਂ ਹੀ ਆਪਣਾ ਪੱਖ ਰੱਖਣਾ ਸ਼ੁਰੂ ਕਰ ਦਿੱਤਾ, ਤੇ ਉਸ ਤੋਂ ਪਹਿਲੇ ਆਪਣਾ ਰੈਜ਼ੋਲੂਸ਼ਨ ਦੇ ਦਿੱਤਾ। ਮਗਰ ਮੇਰੇ ਹਿਸਾਬ ਨਾਲ ਆਈਓ ਨੂੰ ਇੰਨਾ ਪਰਸਨਲ ਹੋਣ ਦੀ ਕੋਈ ਲੋੜ ਨਹੀਂ ਸੀ। ਜਿੱਦਾਂ ਜੱਜ ਕੋਈ ਕੇਸ ਦੀ ਜਜਮੈਂਟ ਦਿੰਦਾ ਨਹੀਂ ਦਿੰਦਾ, ਜਜਮੈਂਟ ਉਹ ਕੇਸ ਉਹਦੇ ਕੋਲ ਰਹੇ ਨਾ ਰਹੇ, ਇਹਦੇ ਕੀ ਫਰਕ ਪੈਂਦਾ ਹੈ। ਗੱਲ ਹੈ ਕਿ ਜੇ ਤੁਸੀਂ ਵਾਕਿਆ ਇੱਕ ਇਮਾਨਦਾਰ ਇੰਪਾਰਸ਼ਲ ਪੁਲਿਸ ਆਫਿਸਰ ਹੋ, ਤਾਂ ਤੁਹਾਡੇ ਕੋਲ ਕੇਸ ਰਹੇ ਨਾ ਰਹੇ, ਤੁਸੀਂ ਉਹਦੇ ਹੈਡ ਰਹੋ ਨਾ ਰਹੋ, ਇਹਦਾ ਕੀ ਫਰਕ ਪੈਂਦਾ ਹੈ। ਇਹ ਤੁਹਾਡਾ ਕੋਈ ਪਰਸਨਲ ਕੇਸ ਤਾਂ ਹੈ ਨਹੀਂ ਸੀ ਕਿ ਤੁਹਾਨੂੰ ਫਾਂਸੀ ਲੱਗ ਜਾਣੀ ਹੈ। ਇਹ ਤਾਂ ਤੁਸੀਂ ਇੱਕ ਚਲਾਨ ਪੇਸ਼ ਕਰਨਾ ਸੀ ਇਮਾਨਦਾਰੀ ਨਾਲ, ਰਿਸਪੈਕਟ ਨਾਲ, ਇਮਾਨਦਾਰੀ ਨਾਲ ਇਨਵੈਸਟੀਗੇਸ਼ਨ ਕਰਕੇ। ਤੇ ਇੰਨਾ ਇੰਪੋਰਟੈਂਟ ਕੇਸ ਸੀ, ਤੁਸੀਂ ਇਹੋ ਜਿਹੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ ਕਿ ਕੋਈ ਤੂੰ ਕਿੰਤੂ ਪਰੰਤੂ ਨਾ ਕਰ ਸਕੇ। ਤੁਸੀਂ ਜੇ ਕੋਈ ਗਲਤੀਆਂ ਛੱਡ ਗਏ ਜਾਂ ਰਹਿ ਗਈਆਂ, ਇਹ ਠੀਕ ਹੈ ਕਿ ਗਲਤੀਆਂ ਇਹੋ ਜਿਹੀਆਂ ਨਹੀਂ ਹੈ ਕਿ ਕੋਰਟ ਵਿੱਚ ਇੰਟਰਫੇਅਰ ਕਰਨੀ ਚਾਹੀਦੀ ਸੀ, ਬਟ ਤੁਸੀਂ ਮੌਕਾ ਦਿੱਤਾ ਕੋਰਟ ਨੂੰ ਇੰਟਰਫੇਅਰ ਕਰਨ ਦਾ।
ਇਹ ਗਲਤੀਆਂ ਦੇ ਬਾਵਜੂਦ ਵੀ ਇਹ ਚਲਾਨ ਖਤਮ ਨਹੀਂ ਹੋਣੇ ਚਾਹੀਦੇ ਸੀ। ਇਹ ਗਲਤੀਆਂ ਦੇ ਬਾਵਜੂਦ ਵੀ ਕੋਰਟ ਨੂੰ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ ਸੀ ਇਨਵੈਸਟੀਗੇਸ਼ਨ ਦੇ ਵਿੱਚ। ਕੋਰਟ ਅਕਸਰ ਇੰਟਰਫੇਅਰ ਨਹੀਂ ਵੀ ਕਰਦਾ। 2 ਜਜਮੈਂਟਸ ਪਹਿਲਾਂ ਆ ਚੁੱਕੀਆਂ ਜਿਨ੍ਹਾਂ ਨੇ ਇਹੀ ਰਿਕਾਰਡ ਦੇਖਿਆ ਹੈ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਤੀਸਰੇ ਜੱਜ ਨੂੰ ਇੰਟਰਫੇਅਰ ਕਰਨਾ ਚਾਹੀਦਾ ਤਾਂ ਨਹੀਂ ਸੀ। ਇਸ ਲਈ ਫਿਰ ਦੂਸਰੇ ਹਾਇਰ ਕੋਰਟ ਵਿੱਚ ਅਪੀਲ ਕਰਨੀ ਪਈ। ਬਿਲਕੁਲ। ਅੱਛਾ, ਇੱਕ ਹੋਰ ਇਹਦੇ ਵਿੱਚ ਖਾਸ ਪਹਿਲੂ ਹੈ ਕਿ ਰਾਮ ਰਹੀਮ ਨੂੰ ਲੈ ਕੇ ਵੀ ਬੜੇ ਤਰ੍ਹਾਂ ਦੇ ਸਵਾਲ ਉੱਠੇ ਨੇ। ਉਹ ਕੀ ਕਹਿੰਦੀ ਹੈ ਜੱਜਮੈਂਟ ਇਸ ਬਾਰੇ, ਰਾਮ ਰਹੀਮ ਬਾਰੇ? ਕੀ ਕਹਿੰਦੇ ਕਿ ਉਸਦੀ ਮਾਫੀ ਨੂੰ, ਜਿਹੜਾ ਅਕਾਲ ਤਖਤ ਸਾਹਿਬ ਤੋਂ ਮਾਫੀ, ਉਸ ਨੂੰ ਆਧਾਰ ਬਣਾ ਕੇ ਆਪਾਂ ਕਿਸੇ ਨੂੰ ਮੁਲਜ਼ਮ ਨਹੀਂ ਠਹਿਰਾ ਸਕਦੇ। ਦੇਖੋ, ਜਿਹੜੀ ਹੁੰਦੀ ਨਾ ਵੱਡੇ ਅਫਸਰਾਂ ਦੀ ਕਨਸਪੀਰੇਸੀ, ਉਹ ਸਿੱਧੀ ਨਹੀਂ ਹੁੰਦੀ। ਜਿਹੜਾ षडयंत्र ਹੁੰਦਾ ਹੈ, ਜਿਸ ਤਰ੍ਹਾਂ ਕਿ ਪਬਲਿਕ ਦੇ ਵਿੱਚ ਬੜਾ ਇੰਪ੍ਰੈਸ਼ਨ ਸੀ ਔਰ ਜਿਸ ਤਰ੍ਹਾਂ ਇਹ ਬਹੁਤ ਰਿਊਮਰ ਸੀ ਕਿ ਜਿਹੜੀ ਇਹ ਫਾਇਰਿੰਗ ਹੋਈ ਹੈ, ਇਹ ਜਿਹੜੇ ਅੰਦੋਲਨਕਾਰੀਆਂ ਉੱਤੇ, ਜਿਹੜੇ ਕਿ ਬੇਅਦਬੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਔਰ ਲੋਕਾਂ ਨੂੰ ਇਹੋ ਜਿਹਾ ਲੱਗ ਰਿਹਾ ਸੀ ਇਹ ਕੋਈ ਛੋਟੇ-ਮੋਟੇ ਅਫਸਰ ਦਾ ਕੰਮ ਨਹੀਂ ਹੈ, ਕੋਈ ਮੈਜਿਸਟਰੇਟ ਦਾ ਕੰਮ ਨਹੀਂ ਹੈ ਕਿ ਫਾਇਰਿੰਗ ਕਰਵਾ ਦਿੰਦਾ। ਇਹ 100% ਲੋਕਾਂ ਨੂੰ ਯਕੀਨ ਸੀ ਔਰ ਇਹ ਕਾਰਨ ਬਣਦਾ ਵੀ ਹੈ ਕਿਉਂਕਿ ਰਿਕਾਰਡ ਤੋਂ ਵੀ ਲੱਗਦਾ। ਉਸ ਵੇਲੇ ਦਾ ਐਸਐਸਪੀ ਆਪ ਕਹਿ ਰਿਹਾ ਕਿ ਮੈਂ ਡੀਜੀਪੀ ਦੇ ਨਾਲ ਟੈਲੀਫੋਨ ਕੰਟੈਕਟ ਵਿੱਚ ਸੀ, ਡੀਜੀਪੀ ਹੋਮ ਮਿਨਿਸਟਰ ਨਾਲ ਸੀ, ਹੋਮ ਮਿਨਿਸਟਰ ਚੀਫ ਮਿਨਿਸਟਰ ਨਾਲ ਸੀ। ਇੱਕ ਸੈਕਿੰਡ ਟੂ ਸੈਕਿੰਡ ਗੱਲਾਂ ਕਰ ਰਹੇ ਸੀ। ਸੀਸੀਟੀਵੀ ਕੈਮਰੇ ਆਪ ਦਿਖ ਰਹੇ ਕਿ ਅਫਸਰ ਕੰਟੀਨਿਊਸਲੀ ਗੱਲਾਂ ਕਰ ਰਹੇ ਸੀ ਟੈਲੀਫੋਨ ਤੇ। ਉਹ ਪੂਰੇ ਕਰਾਊਡ ਨੂੰ ਸਰਾਊਂਡ ਕਰਦੇ ਆ, ਫਿਰ ਅਲਟੀਮੇਟਲੀ ਲਾਠੀਚਾਰਜ ਹੁੰਦਾ, ਉਸ ਤੋਂ ਬਾਅਦ ਥੋੜੀ ਵਾਇਲੈਂਸ ਹੁੰਦੀ, ਉਸ ਤੋਂ ਬਾਅਦ ਫਾਇਰਿੰਗ ਹੋਈ ਹੈ। ਸੋ ਕਲੀਅਰਲੀ ਹੈ ਕਿ ਜੇ ਕਿਸੇ ਸਰਕਾਰ ਨੇ ਜਾਣਬੁੱਝ ਕੇ ਆਪਣੇ ਰਾਜਨੀਤਿਕ ਫਾਇਦੇ ਲਈ ਲੋਕਾਂ ਦੇ ਗੋਲੀ ਚਲਾਈ ਤਾਂ ਉਹ ਅਪਰਾਧ ਹੈ। ਜੇ ਲੋਕ ਵਾਇਲੈਂਟ ਹੋ ਗਏ ਤਾਂ ਪੁਲਿਸ ਨੇ ਆਪਣੀ ਡਿਫੈਂਸ ਵਿੱਚ ਗੋਲੀ ਚਲਾਈ ਤਾਂ ਫਿਰ ਅਪਰਾਧ ਨਹੀਂ ਹੈ। ਮਗਰ ਉਸ ਵੇਲੇ ਇਸ ਕਰਕੇ ਗੱਲਾਂ, ਦੋਨੋਂ ਗੱਲਾਂ ਬਸ ਠੀਕ ਹੋ ਸਕਦੀ, ਅਪਰਾਧ ਵੀ ਹੋ ਸਕਦਾ, ਇਹ ਆਮ ਗੱਲ। ਪਰ ਲੋਕ ਜੱਜ ਨੂੰ ਇਸ ਵੇਲੇ ਬਿਨਾਂ ਸਬੂਤਾਂ ਤੋਂ ਇਹ ਕਹਿਣਾ ਔਰ ਹਾਈ ਕੋਰਟ ਦੇ ਫੈਸਲੇ 'ਚ ਲਿਖ ਦੇਣਾ ਕਿ ਇਹ ਕੋਈ ਅਫੈਂਸ ਨਹੀਂ ਬਣਦਾ, ਇਹ ਇਨਵੈਸਟੀਗੇਸ਼ਨ ਨੂੰ ਬੜਾ ਭਾਰੀ ਧੱਕਾ ਹੈ। ਜੀ, ਬਿਲਕੁਲ। ਹੋਰ ਇਹਦੇ ਵਿੱਚ ਕਾਲਪਨਿਕ ਜਿਹੜਾ ਸ਼ਬਦ ਆ ਰਿਹਾ, ਉਹ ਮੇਰੇ ਧਿਆਨ ਵਿੱਚ ਵਾਰ-ਵਾਰ ਆਉਂਦਾ, ਕਿਉਂਕਿ ਜਦੋਂ ਇਹ ਕਿਹਾ ਜਾਂਦਾ ਹੈ ਕਿ ਸਾਰਾ ਕੁਝ ਕਾਲਪਨਿਕ ਲੱਗ ਰਿਹਾ, ਤਾਂ ਕੀ ਇਹੋ ਜਿਹਾ ਉਹਦੇ ਵਿੱਚ ਰੱਖਿਆ ਗਿਆ ਜਿਹੜਾ ਅਦਾਲਤ ਨੂੰ ਕਾਲਪਨਿਕ ਲੱਗ ਰਿਹਾ? ਵੈਸੇ ਸਾਨੂੰ ਨਹੀਂ, ਮੈਨੂੰ ਨਹੀਂ ਸੀ ਕਾਲਪਨਿਕ ਲੱਗ ਰਿਹਾ। ਦੇਖੋ, ਰਾਮ ਰਹੀਮ ਨੂੰ ਮਾਫੀ ਦੇਣੀ, ਸਾਨੂੰ ਪਤਾ ਕਿ ਸਾਡੇ ਧਾਰਮਿਕ ਲੀਡਰ, ਪੋਲੀਟੀਕਲ ਲੀਡਰ ਦੇ ਕਹਿਣ ਤੇ ਮਾਫੀ ਦਿੱਤੀ ਗਈ ਸੀ। ਜੱਜ ਸਾਹਿਬ ਨੇ ਇਹ ਉਲਟਾ ਮੰਨ ਲਿਆ ਕਿ ਧਾਰਮਿਕ ਲੀਡਰ ਨੇ ਮਾਫੀ ਕਰ ਦਿੱਤੀ, ਇਹਦੇ ਵਿੱਚ ਕੀ ਫਰਕ ਪੈਂਦਾ ਹੈ। ਮਗਰ ਕਲੀਅਰਲੀ ਇਹ ਕਨਸਪੀਰੇਸੀ ਹੋ ਸਕਦੀ ਹੈ, ਸੀਕੁਐਂਸ ਆਫ ਇਵੈਂਟਸ ਹੁੰਦੇ। ਜਿਹੜੀ षडयंत्र ਹੈ ਉਹ ਐਵੇਂ ਨਹੀਂ ਸਾਬਤ ਹੁੰਦਾ, ਕੋਈ ਸਿੱਧਾ ਥੋੜੀ ਗਵਾਹ ਕਹਿੰਦਾ ਕਿ ਮੈਂ षडयंत्र ਕਰ ਰਿਹਾ। ਸਪੈਸ਼ਲੀ ਐਟ ਦਾ ਲੈਵਲ ਆਫ ਚੀਫ ਮਿਨਿਸਟਰ ਤੇ ਡਿਪਟੀ ਚੀਫ ਮਿਨਿਸਟਰ ਤੇ ਡੀਜੀਪੀ ਲੈਵਲ ਤੇ ਉਹ ਤਾਂ ਹਮੇਸ਼ਾ ਇੰਨੀ ਸ਼ਰਾਰਤੀ ਤਰੀਕੇ ਨਾਲ ਇੰਨਾ ਲੁਕੋ ਕੇ ਰੱਖਿਆ ਜਾਂਦਾ ਕਿ ਤੁਹਾਨੂੰ ਕਦੀ ਪਤਾ ਨਾ ਚੱਲੇ। ਇਹ ਤਾਂ ਹੈਰਾਨੀ ਦੀ ਗੱਲ ਹੈ ਕਿ ਇਸ ਕੇਸ ਵਿੱਚ ਕੁਝ ਸਬੂਤ ਆ ਗਏ ਜਿਸ ਤੇ ਚੀਫ ਮਿਨਿਸਟਰ ਤੱਕ ਇੰਪਲੀਕੇਟ ਹੁੰਦੇ ਨੇ, ਜਿਸ ਤੇ ਡੀਜੀਪੀ ਤੱਕ ਇੰਪਲੀਕੇਟ ਹੁੰਦੇ ਨੇ। ਸੋ ਇਸ ਸਟੇਜ ਤੇ ਹਾਈ ਕੋਰਟ ਦਾ ਇਹ ਕਹਿਣਾ ਕਿ ਕਾਲਪਨਿਕ ਸਟੋਰੀ ਹੈ, ਇਸ ਨੂੰ ਬਚਾਉਣ ਦਾ ਹੀ ਢੰਗ ਲੱਗਦਾ ਹੈ। ਇਹ ਜਿਹੜੀ ਫਾਈਂਡਿੰਗ ਹੈ ਹਮੇਸ਼ਾ ਹੀ ਹਾਈ ਕੋਰਟ ਕੋਲ ਜਾਣੀ ਚਾਹੀਦੀ ਹੈ। ਫਿਰ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਿਹਾ ਕਿ ਅਕਸ਼ੇ ਕੁਮਾਰ, ਹਾਈ ਕੋਰਟ ਨੇ ਇੱਕ ਮਜ਼ਾਕ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਸਾਰੀਆਂ ਗੱਲਾਂ ਤੇ, ਜਿਹੜਾ ਕਿ ਅਸਲੀ ਹੱਕਦਾਰ ਟ੍ਰਾਇਲ ਕੋਰਟ ਹੁੰਦਾ। ਜਦੋਂ ਕੇਸ ਚੱਲਦਾ ਹੈ, ਸਭ ਦੀ ਗਵਾਹੀਆਂ ਹੁੰਦੀਆਂ, ਸਭ ਦੀ ਜ਼ਿਰਾ ਹੁੰਦੀ ਹੈ, ਸਾਰੇ ਸਬੂਤ ਸਾਹਮਣੇ ਹੁੰਦੇ, ਫਿਰ ਤੁਸੀਂ ਕਹਿ ਸਕਦੇ ਹੋ ਕਿ ਕਾਲਪਨਿਕ ਸਟੋਰੀ ਸੀ ਜਾਂ ਅਸਲੀ ਸਟੋਰੀ ਸੀ, ਇਹ षडयंत्र ਸੀ ਜਾਂ ਨਹੀਂ ਸੀ। ਇਸ ਸਟੇਜ ਤੇ ਜਦੋਂ ਹਲੇ ਕੁਝ ਵੀ ਨਹੀਂ ਆਇਆ, ਜਦੋਂ ਤੁਸੀਂ ਸਿਰਫ ਆਈਓ ਦਾ ਕੰਡਕਟ ਦੇਖਣਾ ਹੈ, ਤੁਸੀਂ ਸਿਰਫ ਕਾਨੂੰਨੀ ਨੁਕਤੇ ਦੇ ਫਾਈਂਡਿੰਗ ਦੇਣੀ ਹੈ, ਤੁਸੀਂ ਕਾਨੂੰਨੀ ਨੁਕਤੇ ਤੇ ਫੈਸਲਾ ਦੇਣਾ, ਉਸ ਵੇਲੇ ਸਾਰੀਆਂ ਗੱਲਾਂ ਕਰਨਾ ਮੀਨਸ ਕਿ ਲੱਗਦਾ ਹੈ ਕਿ ਇਹ ਉਸੇ ਕਰਕੇ ਜਜਮੈਂਟ ਨੂੰ ਚੈਲੰਜ ਕਰਨਾ ਚੈਲੰਜ ਹੋਏਗੀ ਮੇਰੇ ਹਿਸਾਬ। ਬੈਂਸ ਸਾਹਿਬ, ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਇਹ ਰੱਖੀ ਗਈ ਹੈ ਕਿ ਉਹ ਕਹਿੰਦੇ ਕਿ ਪੁਲਿਸ ਦਾ ਪੱਖ ਨਹੀਂ ਲਿਆ ਗਿਆ, ਜਿੰਨੇ ਪੁਲਿਸ ਵਾਲੇ ਜ਼ਖਮੀ ਹੋਏ ਸੀ ਉਹ ਪੱਖ ਨਹੀਂ। ਇਹ ਕਿਉਂ ਨਹੀਂ ਲਿਆ ਗਿਆ? ਇਹ ਇੱਥੇ ਕਮਜ਼ੋਰੀ ਕਿਉਂ ਛੱਡੀ ਗਈ? ਨਹੀਂ ਲਿਆ ਤਾਂ ਪਿਛਲੇ ਐਫਆਈਆਰ ਵਿੱਚ ਤਾਂ ਸਾਰਾ ਪੁਲਿਸ ਦਾ ਪੱਖ ਸੀ ਨਾ। ਦੇਖੋ, 2 ਐਫਆਈਆਰ ਕਿਉਂ ਦਰਜ ਕਰਨੇ ਪਏ? ਪਹਿਲਾ ਪੱਖ ਸਿਰਫ ਪੁਲਿਸ ਵਾਲਿਆਂ ਦਾ ਸੀ, ਜਿਹੜੇ ਲੋਕਾਂ ਦਾ ਪੱਖ ਤਾਂ ਆਇਆ ਨਹੀਂ ਸੀ। ਤੇ ਹੁਣ ਕਾਨੂੰਨ ਇਹ ਕਹਿੰਦਾ ਕਿ ਜੇ ਇੱਕ ਪੱਖ ਦਾ ਆਵੇ ਤਾਂ ਦੂਜਾ ਪੱਖ ਬਿਲਕੁਲ ਅਲੱਗ ਹੋਵੇ ਤਾਂ ਫਿਰ ਅਲੱਗ ਐਫਆਈਆਰ ਦਰਜ ਕੀਤਾ ਜਾ ਸਕਦਾ। ਤਾਂ ਜਦੋਂ ਰਣਜੀਤ ਸਿੰਘ ਕਮਿਸ਼ਨ ਨੇ ਦੂਸਰਾ ਪੱਖ ਪੇਸ਼ ਕੀਤਾ ਤਾਂ ਉਦੋਂ ਸਰਕਾਰ ਨੇ ਫੈਸਲਾ ਲਿੱਤਾ ਕਿ ਦੂਸਰੇ ਪੱਖ ਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਇਸ ਕਰਕੇ ਇਸ ਐਫਆਈਆਰ ਵਿੱਚ ਤਾਂ ਲੋਕਾਂ ਦੇ ਜਿਹੜੇ ਦੂਜਾ ਪੱਖ ਸੀ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਹੈ, ਪਹਿਲੇ ਪੱਖ ਦੀ ਇਨਵੈਸਟੀਗੇਸ਼ਨ ਤਾਂ ਆਲਰੇਡੀ ਹੋ ਚੁੱਕੀ ਹੈ। ਤਾਂ ਇਸ ਕਰਕੇ ਇਹ ਤਾਂ ਮੁਜਰਿਮ ਦੀ ਇਹ ਦਲੀਲ ਸੀ
ਕਿ ਇੱਕ ਵਾਰੀ ਪਹਿਲਾ ਪੱਖ ਦੀ ਇਨਵੈਸਟੀਗੇਸ਼ਨ ਹੋ ਗਈ, ਇੱਕ ਵਾਰੀ ਤੋਂ ਦੂਜਾ FIR ਹੋ ਹੀ ਨਹੀਂ ਸਕਦਾ ਸੀ। ਉਹ ਕਾਨੂੰਨ ਦੇ ਮੁਤਾਬਿਕ ਬਿਲਕੁਲ ਠੀਕ ਹੈ। ਸੋ ਉਹ ਫਾਈਂਡਿੰਗ ਵੀ ਜੱਜ ਸਾਹਿਬ ਨੇ ਠੀਕ ਨਹੀਂ ਦਿੱਤੀ। ਹਾਲਾਂਕਿ ਉਹਨਾਂ ਨੇ FIR ਖਤਮ ਨਹੀਂ ਕੀਤਾ, ਉਹਨਾਂ ਨੇ ਨਵੀਂ ਕਮੇਟੀ ਬਣਾਈ ਹੈ। ਸੋ ਦੂਸਰਾ FIR ਇਹਨਾਂ ਖਤਮ ਨਹੀਂ ਹੁੰਦਾ। ਸੋ ਇਸ ਕਰਕੇ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਪੁਲਿਸ ਨੇ ਜਿਹੜੀ ਸੁਣੀ, ਪੁਲਿਸ ਦੇ ਵਰਸ਼ਨ ਤੇ ਆਲਰੇਡੀ ਪਹਿਲੀ FIR ਤੇ ਇਨਵੈਸਟੀਗੇਸ਼ਨ ਐਂਡ ਸਬੂਤ ਇਕੱਠੇ ਕਰ ਲਿੱਤੇ ਗਏ। ट्रायल कोर्ट को दोनों रिपोर्टा होंगी, अल्टीमेटली कोर्ट रिकॉर्ड करेगा एविडेंस, पुलिस वालों ने भी एविडेंस रिकॉर्ड करेगा, दूसरा का भी करेगा, फिर किते सच्चाई ते पहुंचेगा। ਉਹਨਾਂ ਦਾ ਐਲੀਗੇਸ਼ਨ ਸੀ ਕਿ ਇਹਨਾਂ ਨੇ ਜਿਹੜੀ ਪਹਿਲੀ ਇਨਵੈਸਟੀਗੇਸ਼ਨ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਬਟ ਇਹ ਜ਼ਰੂਰੀ ਨਹੀਂ ਹੁੰਦਾ ਖਤਮ ਕਰਨ ਦੀ। ਜੇ ਪਹਿਲੀ ਇਨਵੈਸਟੀਗੇਸ਼ਨ ਝੂਠੀ ਹੋਵੇ ਤਾਂ ਉਹਨੇ ਆਟੋਮੈਟਿਕਲੀ ਖਤਮ ਹੋ ਹੀ ਜਾਣਾ ਹੁੰਦਾ ਜੋ ਅਦਾਲਤ ਹੋ ਜਾਂਦੀ ਹੈ। ਸੋ ਇਹ ਗੱਲ ਬਿਲਕੁਲ ਗਲਤ ਹੈ ਜੋ ਕੋਰਟ ਨੇ ਉਹਨੂੰ ਬੜੀ ਇੰਪੋਰਟੈਂਸ ਦਿੱਤੀ ਹੈ ਕਿ ਜੀ ਉਹਨਾਂ ਨੇ ਪਹਿਲੀ ਇਨਵੈਸਟੀਗੇਸ਼ਨ ਖਤਮ ਕਰਨ ਦੀ ਕੋਸ਼ਿਸ਼ ਕੀਤੀ। पहली इन्वेस्टिगेशन जो झूठी होएगी तो ऑटोमेटिकली खत्म होएगी, क्योंकि दूसरा वर्जन दूसरा FIR दूसरे तरफ की गल कर रहे। तो इस करके इस इशू ते भी जजमेंट ठीक नहीं ਜੀ। ਇੱਕ ਹੋਰ ਇਹਦੇ ਵਿੱਚ ਜਿਹੜਾ IG ਅਤੁਲ ਨੰਦਾ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਉਹ ਉਹਨਾਂ ਦੀ ਗੈਰ ਹਾਜ਼ਰੀ ਜਿਹੜੀ ਹੈ ਜਾਂ ਉਹਨਾਂ ਦਾ ਕੇਸ ਨੂੰ ਇੰਨੀ ਗੰਭੀਰਤਾ ਨਾਲ ਨਾ ਲੈਣਾ, ਉਹ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ। IG ਕੁਮਰ ਵਿਜੇ ਪ੍ਰਤਾਪ ਜਿਹੜੇ ਉਹ ਕਹਿ ਰਹੇ ਨੇ ਇਹਨੂੰ, ਇਹ ਸਾਰਾ ਕੀ ਉਹ ਵੀ ਜ਼ਿੰਮੇਵਾਰ ਨੇ, ਸਰਕਾਰ ਵੀ ਜ਼ਿੰਮੇਵਾਰ ਹੈ। ਇੱਕ ਨਾਲੋਂ ਨਾਲ ਇਹ ਵੀ ਦੱਸਿਓ ਕਿ ਚਲਾਨ ਪੇਸ਼ ਕਰਨ ਦੇ ਵਿੱਚ ਇਸ ਜਿਹੜਾ ਜਿੰਨਾ ਵੀ ਕੋਟਕਪੂਰਾ ਗੋਲੀकांड ਦਾ ਮਸਲਾ, ਬੇਅਦਬੀ ਦਾ ਕਾਂਡ ਦੇ ਮਸਲੇ ਨੇ, ਇਹਨਾਂ ਨੂੰ ਇੰਨਾ ਜ਼ਿਆਦਾ ਲਟਕਾਇਆ ਕਿਉਂ ਗਿਆ? ਹੁਣ ਜਦੋਂ ਸਰਕਾਰ ਦੇ 4.5 ਸਾਲ ਬੀਤ ਗਏ ਤਾਂ ਹੁਣ ਇਹ ਰੌਲਾ ਰੱਪਾ ਸਾਰਾ ਨਿਕਲ ਕੇ ਬਾਹਰ ਸਾਹਮਣੇ ਆ ਗਿਆ। ਇਹ ਸਾਰੀ ਗੇਮ ਲੋਕੀ ਸਮਝਦੇ ਹੈ ਕਿ ਪੋਲੀਟੀਕਲ ਜ਼ਿਆਦਾ ਹੈ ਤਾਂ ਇਨਸਾਫ ਦੀ ਜਿਹੜੀ ਸਰਚ ਘੱਟ ਹੈ। ਇਨਸਾਫ ਦੀ ਜਿਹੜੀ ਅਰਜ਼ ਹੁੰਦੀ ਹੈ ਤੇ ਮੁਜਰਮਾਂ ਨੂੰ ਸਜ਼ਾ ਦੇਣ ਦੀ ਜਿਹੜੀ ਤਮੰਨਾ ਹੁੰਦੀ ਹੈ ਤੇ ਜਿਹੜੀ ਫਿਕਰ ਅੱਗ ਲੱਗੀ ਹੁੰਦੀ ਹੈ, ਜੋ ਲੱਗੀ ਹੁੰਦੀ ਤਾਂ ਹੁਣ ਤੱਕ ਮਾਮਲਾ ਸਜ਼ਾ ਤੇ ਦੌਰ ਤੇ ਪਹੁੰਚ ਜਾਂਦਾ। ਇਹ ਅਕਸਰ ਦੇਖਿਆ ਗਿਆ ਕਿ ਇਹ ਕੇਸ ਸ਼ੁਰੂਆਤ ਵੀ ਪੋਲੀਟੀਕਲ ਫਾਇਦੇ ਲਈ ਸੀ। ਇਹ ਕੇਸ ਦੀ ਤਫਤੀਸ਼ ਵੀ ਪੋਲੀਟੀਕਲ ਪਾਰਟੀ ਦਾ, ਜਦ ਨਵੀਂ ਪੋਲੀਟੀਕਲ ਪਾਰਟੀ ਆਈ ਉਦੋਂ ਰੱਖੀ ਗਈ, ਨੀਂਹ ਵੀ ਉਦੋਂ ਰੱਖੀ ਗਈ। ਚਾਹੇ ਲੱਗਦਾ ਸੀ ਕਿ ਉਹਨਾਂ ਨੇ ਕੁਝ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ, ਬਟ ਉਹਨਾਂ ਦੇ ਪਿੱਛੇ ਜਿਹੜਾ ਮਕਸਦ ਤਾਂ ਸਭ ਨੂੰ ਇਹ ਲੱਗਦਾ ਸੀ ਕਿ ਉਹ ਵੀ ਪੋਲੀਟੀਕਲ ਹੀ ਹੈ। ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਤੇ ਜਿਸ ਤਰੀਕੇ ਨਾਲ ਕਮੇਟੀ ਨੇ ਕੁਝ ਗਲਤੀਆਂ ਛੱਡ ਦਿੱਤੀਆਂ, ਉਸ ਤੋਂ ਬਾਅਦ ਜਿਸ ਤਰ੍ਹਾਂ ਹਾਈ ਕੋਰਟ ਨੇ ਇੰਟਰਫੇਅਰ ਕੀਤਾ, ਪਹਿਲੇ ਡਿਸਮਿਸ ਕੀਤੀ, ਦੂਜੀ ਡਿਸਮਿਸ ਕੀਤੀ, ਤੀਜੀ ਤੇ ਉਹਨਾਂ ਨੇ ਸਾਰਾ ਕੁਝ ਮੰਨ ਲਿਆ। ਸੋ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਜਿਹੜੀ ਲੋਕਾਂ ਦੀ ਤਮੰਨਾ ਸੀ ਕਿ ਜਲਦੀ ਤੋਂ ਜਲਦੀ ਇਨਸਾਫ ਹੋਵੇ ਤਾਂ ਜਿਨ੍ਹਾਂ ਨੇ ਕੰਮ ਕੀਤਾ ਹੈ ਉਹਨਾਂ ਨੂੰ ਸਜ਼ਾ ਆਪਣੇ ਜ਼ੁਲਮ ਦੀ ਸਜ਼ਾ ਮਿਲੇ, ਉਹ ਮਕਸਦ ਘਟ ਜਾਂਦਾ ਹੈ, ਉਹ ਪ੍ਰੋਬਲਮ ਆ ਜਾਂਦੀ। ਕਿਉਂਕਿ ਜੇ ਸਾਰਾ ਪੋਲੀਟੀਸ਼ੀਅਨ ਨੇ ਕਰਨਾ ਸੀ, ਰਾਜ ਪੋਲੀਟੀਕਲ ਫਾਇਦੇ ਲਈ ਕਰਨਾ ਸੀ, ਤਾਂ 5 ਸਾਲਾਂ ਬਾਅਦ ਸਰਕਾਰ ਬਦਲ ਜਾਂਦੀ ਹੈ, ਤੁਹਾਡੇ ਕੇਸ ਨੂੰ ਲੱਗਦੇ 10 ਸਾਲ, ਤਾਂ ਫਿਰ ਤਾਂ ਕੋਈ ਕੇਸ ਵੀ ਸਿਰੇ ਨਹੀਂ ਚੜ ਸਕਦਾ। ਇਸੇ ਲਈ ਪੁਲਿਸ ਫੋਰਸ ਦਾ ਜਿਹੜਾ ਪੁਲਿਸ ਸਿਸਟਮ ਹੈ ਉਹ ਪੋਲੀਟੀਕਲ ਸਿਸਟਮ ਤੋਂ ਥੋੜਾ ਇਨਸੂਲੇਟ ਕਰਨਾ ਚਾਹੀਦਾ। ਇਸੇ ਤਰ੍ਹਾਂ ਇਸੇ ਲਈ ਕਿਉਂਕਿ ਜਿਸ ਤਰ੍ਹਾਂ ਆਪਾਂ ਜੁਡੀਸ਼ੀਅਲ ਨੂੰ ਦੂਰ ਕੀਤਾ ਹੈ, ਪੁਲਿਸ ਨੂੰ ਵੀ ਪੋਲੀਟੀਸ਼ੀਅਨ ਤੋਂ ਥੋੜਾ ਦੂਰ ਰੱਖਣਾ ਪਏਗਾ, ਕਾਨੂੰਨ ਚੇਂਜ ਕਰਨਾ ਪਏਗਾ ਤਾਂ ਕਿ ਇਹੋ ਜਿਹੀ ਗੱਲ ਬਾਰ-ਬਾਰ ਨਾ ਹੋਵੇ। ਇਹ ਗੱਲ ਬਾਰ-ਬਾਰ ਹੁੰਦੀ ਹੈ, ਜਿੱਥੇ ਵੀ ਪੋਲੀਟੀਸ਼ੀਅਨ ਅਪਰਾਧੀ ਹੈ, ਜਿੱਥੇ ਪੁਲਿਸ ਅਫਸਰ ਅਪਰਾਧੀ ਹੈ, ਜਿੱਥੇ ਕੋਈ ਵੱਡਾ ਬੰਦਾ ਅਪਰਾਧੀ ਹੈ, ਉੱਥੇ 5 ਸਾਲਾਂ ਬਾਅਦ ਇਨਵੈਸਟੀਗੇਸ਼ਨ ਦੀ ਡਾਇਰੈਕਸ਼ਨ ਬਦਲ ਦਿੱਤੀ ਜਾਂਦੀ ਹੈ। ਸਭ ਤੋਂ ਵੱਡਾ ਕੇਸ ਤਾਂ ਆਪਾਂ ਦੇਖਿਆ ਜਿਹੜਾ ਮਾਲੇਗਾਂਵ ਕੇਸ, ਕਿਵੇਂ ਨਵੀਂ ਸਰਕਾਰ ਆਈ ਤੇ ਸਾਰੇ ਮੁਲਜ਼ਮ ਛੁੱਟ ਗਏ, ਕਿਵੇਂ ਚਲਾਨ ਦੁਬਾਰਾ ਪੇਸ਼ ਹੋ ਗਏ, ਕਿਵੇਂ NIA ਨੇ ਪਹਿਲਾ ਚਲਾਨ ਖਤਮ ਕਰਤਾ। ਸੋ ਇਹ ਗੱਲਾਂ ਕਿਉਂਕਿ ਇੰਨੀ ਜ਼ਿਆਦਾ ਹੁਣ ਬਾਰ-ਬਾਰ ਸਾਹਮਣੇ ਆ ਰਹੀ ਹੈ ਪਬਲਿਕ ਕੋਲ, ਤੇ ਇਸ ਕਰਕੇ ਲੋੜ ਹੈ ਕਿ ਜਿਹੜੇ ਪੋਲੀਟੀਕਲ ਸਿਸਟਮ ਹੈ ਉਹ ਘੱਟੋ ਘੱਟ ਪੁਲਿਸ ਸਿਸਟਮ ਤੋਂ ਓਨਾ ਹੀ ਦੂਰ ਹੋਵੇ ਜਿੰਨਾ ਪੋਲੀਟੀਕਲ ਸਿਸਟਮ ਜੁਡੀਸ਼ਰੀ ਤੋਂ। ਜੀ ਬਿਲਕੁਲ। ਮੈਂ IG ਅਤੁਲ ਨੰਦਾ ਹੋਰਾਂ ਬਾਰੇ ਪੁੱਛ ਰਿਹਾ ਸੀਗਾ ਕਿ ਉਹ ਵੀ ਜ਼ਿੰਮੇਵਾਰ ਨੇ ਇਸ ਸਭ ਦੇ ਵਿੱਚ? ਉਹ ਹੁਣ ਦੇਖੋ, ਜਿਹੜਾ ਕਲਾਇੰਟ ਔਰ ਵਕੀਲ ਦਾ ਆਪਣਾ ਰਿਸ਼ਤਾ ਹੁੰਦਾ ਹੈ ਜਾਂ ਸਰਕਾਰ ਜਾਂ ਵਕੀਲ ਦਾ ਆਪਣਾ ਰਿਸ਼ਤਾ ਹੁੰਦਾ, ਉਹ ਪ੍ਰਿਵਿਲੇਜਡ ਹੀ ਹੈ। ਨਾ ਮੈਂ ਉਹ ਤੇ ਕੁਝ ਕਹਿ ਸਕਦਾ, ਨਾ ਉਹ ਕੁਝ ਕਹਿ ਸਕਦੇ ਨੇ। ਹੁਣ ਜੇ ਤੁਸੀਂ ਆਪਣਾ ਵਕੀਲ ਨਹੀਂ ਲਾਈਕ ਕਰਦੇ ਤੁਹਾਨੂੰ ਬਦਲਣਾ ਪੈਂਦਾ, ਤੁਸੀਂ ਆਪਣਾ ਵਕੀਲ ਬਦਲ ਲਓ, ਮਗਰ ਜਦੋਂ ਫੈਸਲਾ ਆ ਜਾਵੇ ਉਦੋਂ ਇਹ ਬੇਕਾਰ ਹੈ ਕਿ ਜੀ ਮੇਰਾ ਵਕੀਲ ਚੰਗਾ ਨਹੀਂ ਸੀ, ਮੇਰਾ ਵਕੀਲ ਮਾੜਾ ਸੀ। ਉਹ ਬਿਲਕੁਲ ਜਿੱਦਾਂ ਆਪਣਾ ਹਰ ਕਲਾਇੰਟ ਨੂੰ ਲੱਗਦਾ ਕਿ ਮੇਰੇ ਵਕੀਲ ਨੇ ਬਹਿਸ ਪੂਰੀ ਨਹੀਂ ਕੀਤੀ, ਉਹਨੂੰ ਪਤਾ ਨਹੀਂ ਕਿ ਕੋਰਟ ਵਿੱਚ ਉਨੀ ਕੀ ਬਹਿਸ ਹੋ ਸਕਦੀ ਹੈ ਜਿੰਨੀ ਕਿ ਪਰਮਿਸਿਬਲ ਹੈ। ਹਰ ਵਕੀਲ, ਹਰ ਕਲਾਇੰਟ ਨੂੰ ਅਕਸਰ ਹਮੇਸ਼ਾ ਇਹ ਦੁੱਖ ਹੁੰਦਾ ਹੈ ਜਾਂ ਹਮੇਸ਼ਾ ਨਾਰਾਜ਼ਗੀ ਹੁੰਦੀ ਹੈ ਕਿ ਮੇਰੇ ਵਕੀਲ ਨੇ ਉਨੀ ਬਹਿਸ ਨਹੀਂ ਕੀਤੀ। ਹੁਣ ਜਿੱਥੇ ਟੀਮ ਆਫ ਲਾਇਰਸ ਹੋਵੇ, ਜਿੱਥੇ ਤੁਸੀਂ ਦਿੱਲੀ ਤੋਂ ਸਪੈਸ਼ਲੀ ਸੀਨੀਅਰ ਐਡਵੋਕੇਟਸ ਬੁਲਾਏ ਹੋਣ ਸੁਪਰੀਮ ਕੋਰਟ ਦੇ, ਉੱਥੇ ਫਿਰ AG ਦੇ ਬਿਹਾਫ ਤੇ ਤਾਂ ਬਹਿਸ ਕਰ ਰਹੇ ਸੀ, ਉਹ ਸਰਕਾਰ ਦੇ ਬਿਹਾਫ ਤੇ ਤਾਂ ਬਹਿਸ ਕਰ ਰਹੇ ਸੀ, ਉਹ ਵਿਜੇ ਕੁਮਾਰ ਪ੍ਰਤਾਪ ਦੇ ਬਿਹਾਫ ਤੇ ਬਹਿਸ ਕਰ ਰਹੇ ਸੀ। ਤੇ ਜਦੋਂ ਕੋਈ ਤੁਸੀਂ ਇੱਕ ਮੁੱਦੇ ਤੇ ਇੱਕੋ ਸਭ ਤੋਂ ਸੀਨੀਅਰ ਬੰਦਾ ਬੋਲਦਾ ਹੈ, ਕੋਰਟ ਉਹਨੂੰ ਸੁਣਦਾ, ਉਸ ਤੋਂ ਬਾਅਦ AG ਦਾ ਕੋਈ ਰੋਲ ਰਹਿ ਨਹੀਂ ਜਾਂਦਾ। ਇਸ ਕਰਕੇ AG ਨੂੰ ਇਸ ਚੀਜ਼ ਤੇ ਬਲੇਮ ਕਰਨਾ ਮੇਰੇ ਹਿਸਾਬ ਨਾਲ ਮੁਨਾਸਿਬ ਨਹੀਂ ਹੈ। ਬੈਂਸ ਸਾਹਿਬ, ਇੱਕ HS ਫੂਲਕਾ ਉਹਨਾਂ ਨੂੰ ਲੈ ਕੇ ਵੀ ਬੜੇ ਤਰ੍ਹਾਂ ਦੇ ਸਵਾਲ ਉੱਠੇ। ਉਹ ਕਹਿੰਦੇ ਸੀ ਮੈਂ ਲੋਅਰ ਕੋਰਟ ਵਿੱਚ ਨੀਚੇ ਹਾਈ ਕੋਰਟ ਤੱਕ ਆਉਣਾ ਨਹੀਂ।
ਉਹ ਚਲੋ ਉਹ ਤਾਂ ਵਕੀਲ ਹੀ ਨਹੀਂ ਹੈ, ਉਹਨਾਂ ਦਾ ਕੀ ਸਵਾਲ ਉੱਠਣਾ, ਨਾ ਉਹ ਕੇਸ ਦਾ ਕਿਸੇ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਆਪਣੀ ਪਰਸਨਲ ਓਪੀਨੀਅਨ ਕਿ ਮੈਂ ਜੀ ਗਿਆ, ਇੱਕ ਤਾਂ ਪਹਿਲਾਂ ਤੁਸੀਂ ਆਪਣੇ ਵਕੀਲਾਂ ਤੇ ਵਿਸ਼ਵਾਸ ਰੱਖੋ, ਜੇ ਤੁਸੀਂ ਵਕੀਲ ਕਰੇ ਲਿਆ, ਨਹੀਂ ਤਾਂ ਤੁਸੀਂ ਬਾਏ ਨੇਮ ਪਾਰਟੀ ਹੋ, ਤੁਸੀਂ ਕੋਈ ਹੋਰ ਵਕੀਲ ਕਰ ਲਓ ਜਾਂ ਸਰਕਾਰ ਨੂੰ ਦੱਸ ਦਿਓ ਕਿ ਵਕੀਲ ਬਦਲ ਦਿਓ। ਤੇ ਇਸ ਕਰਕੇ ਕਿੱਥੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਕਿੱਥੇ ਫੂਲਕਾ ਸਾਹਿਬ ਤੇ ਕਿੱਥੇ ਫਿਰ ਫੂਲਕਾ ਸਾਹਿਬ ਨੂੰ ਕਹਿੰਦੇ ਉਹਨਾਂ ਨੇ ਕਿਹਾ ਕਿ ਮੈਂ ਕੋਈ ਹੋਰ ਵਕੀਲ ਕਰਤਾ ਸੀ, ਪਰ ਮੈਨੂੰ ਲੱਗਦਾ ਨਹੀਂ ਉਹਨੇ ਮੇਰਾ ਨਾਮ ਲਿਆ। ਫੂਲਕਾ ਸਾਹਿਬ ਤਾਂ ਇੰਨਾ ਹੀ ਗਿਆ ਸੀ ਕਿ ਮੇਰੇ ਕੋਲ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਉਹ ਕਲਾਇੰਟ ਨੂੰ ਭੇਜਿਆ ਸੀ ਜਿਹੜੇ ਕਿ ਮੁਜਰਮ ਸੀ, ਜਿਹੜੇ ਕਿ ਕੰਪਲੇਨੈਂਟ ਸੀ, ਅਜੀਤ ਸਿੰਘ। ਉਹਨਾਂ ਤੋਂ ਪੁੱਛਿਆ ਸੀ ਕਿ ਤੁਸੀਂ ਵਕੀਲ ਕੀਤਾ, ਕਹਿੰਦਾ ਅਸੀਂ ਬੈਂਸ ਸਾਹਿਬ ਕੀਤੇ ਆ। ਉਹ ਕਹਿੰਦੇ ਤੁਹਾਨੂੰ ਕੋਈ ਉਹਨਾਂ ਤੋਂ ਖੁਸ਼ ਹੋ, ਕਹਿੰਦੇ ਸੀ ਖੁਸ਼ ਹੈ। ਇੰਨੀ ਗੱਲ ਹੋਈ ਹੈ, ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ। ਮੇਰੇ ਨਾਲ ਕੋਈ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਨਹੀਂ ਹੋਈ, ਮੇਰੇ ਨਾਲ ਕੋਈ ਫੂਲਕਾ ਸਾਹਿਬ ਦੀ ਗੱਲ ਨਹੀਂ ਹੋਈ। ਇੱਕ ਅੱਧਾ ਫੋਨ ਤਾਂ ਅਸੀਂ ਰੂਟੀਨ ਕਰਦੇ ਰਹਿੰਦੇ ਹਾਂ ਕੋਈ ਹੋਰ ਕੇਸ ਦੇ ਬਾਰੇ, ਬਟ ਇਸ ਕੇਸ ਬਾਰੇ ਇਸ ਤੋਂ ਜ਼ਿਆਦਾ ਕੋਈ ਬਿਲਕੁਲ ਗੱਲ ਨਹੀਂ ਹੋਈ। ਮੈਂ ਪਹਿਲਾਂ ਵੀ ਇਹ ਵਿਕਟਿਮ ਨੂੰ ਰਿਪਰੈਜ਼ੈਂਟ ਕਰਦਾ ਸੀ, ਜਿਹੜੇ ਦੂਸਰੇ ਵਿਕਟਿਮ ਸੀ ਜਿਨ੍ਹਾਂ ਦੇ ਰਿਸ਼ਤੇਦਾਰ ਮਾਰੇ ਗਏ ਸੀ ਫਾਇਰਿੰਗ ਬਹਿਬਲ ਕਲਾਂ ਵਿੱਚ, ਉਹ ਅਸੀਂ 2016 ਵਿੱਚ ਰਿਟ ਕੀਤੀ ਹੋਈ ਸੀ, 2019 ਚ ਫੈਸਲਾ ਹੋ ਗਿਆ, ਉਹਨਾਂ ਨੂੰ ਜੋ ਬੈਨੀਫਿਟ ਮਿਲਨੇ ਸੀ ਮਿਲ ਗਏ। ਸੋ ਇਸ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਇਹ ਕਹਿਣਾ, ਪਹਿਲਾਂ ਉਹ ਕੋਰਟ ਤੇ ਸਵਾਲ ਪੁੱਛਦੇ ਆ, ਫਿਰ ਉਹ ਈਜੀ ਤੇ ਸਵਾਲ ਉਠਾਉਂਦੇ ਆ, ਫਿਰ ਉਹ ਆਪਣੇ ਵਕੀਲ ਤੇ ਸਵਾਲ ਉਠਾਉਂਦੇ ਆ, ਫਿਰ ਉਹ ਕੰਪਲੇਨੈਂਟ ਦੇ ਵਕੀਲ ਤੇ ਸਵਾਲ ਉਠਾਉਂਦੇ ਆ, ਫਿਰ ਉਹ ਉਹਨਾਂ ਦੇ ਸਵਾਲ ਉਠਾਉਂਦੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਇਸ ਕੇਸ ਨਾਲ। तो इस करके और वो स्टेज ते ਜਦੋਂ ਕਿ ਕੁਝ ਕੀਤਾ ਨਹੀਂ ਜਾ ਸਕਦਾ, ਬਹਿਸ ਹੋ ਚੁੱਕੀ ਹੈ। ਤੁਸੀਂ ਜੇ ਤੁਹਾਨੂੰ ਲੱਗਦਾ ਸੀ ਕਿਸੇ ਸਟੇਜ ਤੇ ਜਿਹੜਾ ਵੀ ਬੰਦਾ ਆਪਣੇ ਵਕੀਲ ਬਦਲ ਸਕਦਾ, ਕੁੰਵਰ ਵਿਜੇ ਪ੍ਰਤਾਪ ਨੂੰ ਲੱਗਦਾ ਸੀ ਕਿ ਉਹਦਾ ਵਕੀਲ ਨਹੀਂ ਇਨਸਾਫ ਕਰ ਰਿਹਾ ਤਾਂ ਉਹ ਬਦਲ ਦਿੰਦੇ। ਜੇ ਉਹਨਾਂ ਨੂੰ ਲੱਗਦਾ ਸੀ ਕਿ ਕੰਪਲੇਨੈਂਟ ਦਾ ਵਕੀਲ ਕੰਮ ਨਹੀਂ ਕਰ ਰਿਹਾ ਤਾਂ ਉਹ ਉਹਨਾਂ ਦਾ ਕੋਈ ਇਖਤਿਆਰ ਨਹੀਂ। ਮੇਰੇ ਕੰਡਕਟਰ ਤਾਂ ਮੇਰਾ ਕਲਾਇੰਟ ਤਾਂ ਕਹਿ ਸਕਦਾ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਕੀ ਕਹਿਣਗੇ ਮੈਂ ਕੀ ਕਰਦਾ ਜਾਂ ਨਹੀਂ ਕਰਦਾ। ਜੀ ਬਿਲਕੁਲ। ਅੱਛਾ ਬੈਂਸ ਸਾਹਿਬ, ਹੁਣ ਜਿਹੜੀ ਐਸਆਈਟੀ ਕਹਿੰਦੇ ਨਵੀਂ ਬਣਾ ਦਿਓ ਤੇ 6 ਮਹੀਨਿਆਂ ਦੇ ਵਿੱਚ ਹੋਰ ਐਸਆਈਟੀ ਆਪਣੀ ਰਿਪੋਰਟ ਪੇਸ਼ ਕਰੇ, ਕੀ ਲੱਗਦਾ ਕਿ ਕਾਨੂੰਨੀ ਤੌਰ ਤੇ ਅਸੀਂ ਕਿਸ ਤਰ੍ਹਾਂ ਸਮਝੀਏ ਇਸ ਚੀਜ਼ ਨੂੰ ਕਿ 6 ਮਹੀਨਿਆਂ ਬਾਅਦ ਰਿਪੋਰਟ ਕਿਸ ਤਰ੍ਹਾਂ ਦੀ ਪੇਸ਼ ਕਰਕੇ, ਜਾਂ ਕੀ ਕੋਈ ਮਤਲਬ ਕਿ ਇਸ ਮਾਮਲੇ 'ਚ ਕੋਈ ਟ੍ਰਾਇਲ ਸ਼ੁਰੂ ਹੋ ਜਾਣਾ 6 ਮਹੀਨਿਆਂ ਬਾਅਦ, ਜਾਂ ਫਿਰ ਜੇ ਸੁਪਰੀਮ ਕੋਰਟ ਦਾ ਰਾਹ ਖੁੱਲਿਆ ਤਾਂ ਉਹਦੇ ਜ਼ਰੀਏ ਦੁਬਾਰਾ ਫਿਰ ਜਿਹੜੀ ਪੁਰਾਣੀ ਐਸਆਈਟੀ ਚੱਲ ਰਹੀ ਹੈ, ਭਾਵੇਂ ਆਈਜੀ ਕੁੰਵਰ ਵਿਜੇ ਪ੍ਰਤਾਪ ਨਹੀਂ ਵਿੱਚ ਰਹੇ ਤੇ ਕੋਈ ਹੋਰ ਨਵਾਂ ਵਿੱਚ ਅਪਾਇੰਟ ਕਰਕੇ ਤੇ ਉਸੇ ਨੂੰ ਹੀ ਅੱਗੇ ਤੋਰ ਲਿਆ ਜਾਵੇ? ਸਰਕਾਰ ਨੂੰ ਦੋ ਗੱਲਾਂ ਕਰਨੀਆਂ ਚਾਹੀਦੀਆਂ, ਨਾਲੇ ਇੱਕ ਤਾਂ ਐਸਆਈਟੀ ਨਵੀਂ ਬਣਾ ਦੇਣ ਔਰ ਉਹਨੂੰ ਕਹਿਣ ਕਿ ਤੁਸੀਂ 3 ਮਹੀਨੇ ਦੇ ਅੰਦਰ ਖਤਮ ਕਰੋ। ਕੋਰਟ ਨੇ 6 ਮਹੀਨੇ ਦਿੱਤੇ, ਤੁਸੀਂ 6 ਮਹੀਨੇ ਦਾ ਇੰਤਜ਼ਾਰ ਵੀ ਨਾ ਕਰੋ ਕਿਉਂਕਿ ਤਕਰੀਬਨ ਸਾਰਾ ਮਟੀਰੀਅਲ ਰੈਡੀ ਹੈ। ਦੂਸਰੀ ਗੱਲ ਹੈ ਕਿ ਉਹਨਾਂ ਨੂੰ ਇਹ ਫਾਈਂਡਿੰਗ ਜਿੱਥੇ ਇਸ ਜੱਜਮੈਂਟ ਵਿੱਚ ਕਲੀਨ ਚਿੱਟ ਦਿੱਤੀ ਗਈ ਹੈ ਬਾਦਲ ਸਾਹਿਬ ਨੂੰ ਤੇ ਉਹਨਾਂ ਦੇ ਨੀਚੇ ਹਾਇਰ ਆਫੀਸਰਸ ਨੂੰ, ਉਸ ਫਾਈਂਡਿੰਗ ਨੂੰ ਚੈਲੰਜ ਕਰਨਾ ਚਾਹੀਦਾ ਔਰ ਇਹ ਕਹਿਣਾ ਚਾਹੀਦਾ ਕਿ ਇਸ ਸਟੇਜ ਤੇ ਕੋਰਟ ਕੋਲ ਕੋਈ ਪਾਵਰ ਨਹੀਂ ਸੀ ਇਸ ਤਰ੍ਹਾਂ ਇੰਟਰਫੇਅਰ ਕਰਦੇ। ਅਲਟੀਮੇਟਲੀ ਉਹ ਕੋਰਟ ਕੋ ਸਰਕਾਰ ਨੂੰ ਸੁਜੈਸਟ ਕਰ ਸਕਦੇ ਕਿ ਤੁਸੀਂ ਬਦਲ ਲਓ, ਬਟ ਇਦਾਂ ਦੀ ਇੰਟਰਫੇਰੈਂਸ ਤੇ ਇਹੋ ਜਿਹੀ ਕਲੀਨ ਚਿੱਟ ਇਸ ਸਟੇਜ ਦੇ ਵਿੱਚ ਰਿਟ ਜੁਰਿਸਡਿਕਸ਼ਨ ਦੇ ਵਿੱਚ ਤੁਸੀਂ ਫਾਈਂਡਿੰਗ ਦੇ ਰਹੇ ਹੋ ਕਿਹੜਾ ਮੁਜਰਮ ਹੈ ਕਿਹੜਾ ਨਹੀਂ ਹੈ ਔਰ ਪੂਰੀ ਇਨਵੈਸਟੀਗੇਸ਼ਨ ਦੇ ਉੱਤੇ ਮਜ਼ਾਕ ਕਰ ਰਹੇ ਹੋ। ਤਾਂ ਇਹ ਗੱਲਾਂ ਇਸ ਇਸ਼ੂਸ ਤੇ ਸੁਪਰੀਮ ਕੋਰਟ ਜ਼ਰੂਰ ਜਾਣਾ ਚਾਹੀਦਾ ਹੈ ਕਿਉਂਕਿ ਲਾਅ ਕਾਫੀ ਵੈਲ ਐਸਟੈਬਲਿਸ਼ ਹੈ ਕਿ ਇਹਨਾਂ ਡੋਮੇਨਸ ਦੇ ਵਿੱਚ ਕੋਈ ਹਾਈ ਕੋਰਟ ਕਮੈਂਟ ਨਹੀਂ ਕਰਦਾ ਮੁਜਰਮ ਬਾਏ ਨੇਮ ਤੇ, ਚਾਹੇ ਮੁਜਰਮ ਚੀਫ ਮਿਨਿਸਟਰ ਰਿਹਾ ਹੋਵੇ। ਜੀ ਬਿਲਕੁਲ। ਬੈਂਸ ਸਾਹਿਬ, ਆਖਰੀ ਸਵਾਲ ਹੈ ਕਿ ਹੁਣ ਲੋਕ ਇਨਸਾਫ ਦੀ ਉਮੀਦ ਰੱਖਣ ਜਾਂ 84 ਤੇ ਨਕੋਦਰ ਕਾਂਡ ਵਾਂਗੂ ਲੋਕ ਦੇਖਦੇ ਰਹਿਣ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੇ, ਇਲਜ਼ਾਮ ਤਰਾਸ਼ੀਆਂ ਹੁੰਦੀਆਂ ਜਾਣਗੀਆਂ, ਜਿਵੇਂ ਕਹਿੰਦੇ ਕਿ ਪੰਜਾਬੀਆਂ ਦੀ ਭੁੱਲਣ ਦੀ ਆਦਤ ਹੈ, ਭੁੱਲ ਜਾਂਦੇ ਨੇ ਬੜੀ ਛੇਤੀ? ਨਹੀਂ, ਅਸੀਂ ਕਿੱਥੇ ਭੁੱਲੇ ਹਾਂ, 84 ਦੇ ਕੇਸ ਚੱਲ ਰਹੇ ਨੇ, ਅਸੀਂ 90 ਦੇ ਕੇਸ ਚੱਲ ਰਹੇ ਨੇ, 92-93 ਦੇ ਫੇਕ ਇਨਕਾਊਂਟਰ ਦੇ ਕੇਸ ਚੱਲ ਰਹੇ ਨੇ। ਹੋਪ ਤਾਂ ਕਦੀ ਛੱਡਣੀ ਵੀ ਨਹੀਂ ਚਾਹੀਦੀ, ਨਾ ਹੀ ਕਦੀ ਭੁੱਲਣਾ ਚਾਹੀਦਾ। ਚਾਹੇ ਤੁਸੀਂ ਮੁਰਦਿਆਂ ਦੇ ਵੀ ਕੇਸ ਚਲਾ ਕੇ ਉਹਨਾਂ ਨੂੰ ਸਜ਼ਾ ਦਿਓ, ਉਹਦਾ ਵੀ ਫਾਇਦਾ ਹੁੰਦਾ। ਘੱਟੋ ਘੱਟ ਰਿਕਾਰਡ ਬਣਦਾ ਹੈ, ਘੱਟੋ ਘੱਟ ਯਾਦਦਾਸ਼ਤ ਬਣਦੀ ਹੈ, ਘੱਟੋ ਘੱਟ ਉਹਨਾਂ ਦੀ ਨਵੀਂ ਜਨਰੇਸ਼ਨ ਨੂੰ ਪਤਾ ਹੁੰਦਾ ਕਿ ਮੇਰੇ ਪਿਓ ਨੂੰ ਮੌਤ ਤੋਂ ਬਾਅਦ ਵੀ ਸਜ਼ਾ ਮਿਲੀ ਸੀ ਕਿਉਂਕਿ ਉਹਨੇ ਮਾੜੇ ਕੰਮ ਕੀਤੇ ਸੀ। ਸੋ ਇਸ ਕਰਕੇ ਜਿਹੜਾ ਚਾਹੇ ਦੇਰ ਲੱਗੇ ਮਗਰ ਸਜ਼ਾ ਹੋਣੀ ਚਾਹੀਦੀ ਹੈ, ਕੇਸ ਚੱਲਣੇ ਚਾਹੀਦੇ ਹੈ, ਐਵੀਡੈਂਸ ਰਿਕਾਰਡ ਹੋਣਾ ਚਾਹੀਦਾ ਹੈ ਕਿਉਂਕਿ ਜੇ ਸਜ਼ਾ ਚਾਹੇ ਨਾ ਮਿਲੇ ਕਿਉਂਕਿ ਬਜ਼ੁਰਗ ਹੋ ਗਏ, ਮਗਰ ਘੱਟੋ ਘੱਟ ਇਤਿਹਾਸ ਵਿੱਚ ਤਾਂ ਦਰਜ ਕੀਤਾ ਜਾਏਗਾ ਤੁਸੀਂ ਜੋ ਕੰਮ ਕੀਤੇ ਨੇ ਚੰਗੇ ਜਾਂ ਮਾੜੇ। ਜੀ ਸ਼ੁਕਰੀਆ ਬੈਂਸ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮੇਂ। ਸ਼ੁਕਰੀਆ। ਹਾਈ ਕੋਰਟ ਦੇ ਵੱਲੋਂ ਜਿਹੜੀ ਜੱਜਮੈਂਟ ਸਾਹਮਣੇ ਆਈ ਹੈ 90 ਪੇਜਾਂ ਦੀ, ਉਹਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ। ਕੀ ਕੁਝ ਉਹਦੇ ਵਿੱਚ ਰੱਖਿਆ ਗਿਆ, ਅੱਗੇ ਕੀ ਕੁਝ ਹੋਣਾ, ਉਸ ਉੱਤੇ ਨਜ਼ਰ ਰਹੇਗੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਇਜਾਜ਼ਤ ਦਿਓ। ਧੰਨਵਾਦ।